दद्दा देख जो बिनसन हारा, जस अदेख तस राख बिचारा। दसवें द्वार कुंची जब दीजै, तो दयाल को दर्शन कीजै। तद्दा अर्ध है उर्द नबेरा, अर्ध है उर्द है मांझ बसेरा। अर्ध है छाड़ उर्ध जो आवा, तो अर्ध उर्ध मिलिया सुख पावा। नन्ना निस दिन निरखत जाय, निरखत नैन रहे रतवाय। निरखत निरखत जब जाए पावा, तब ले निरख है। निरख मिलावा, निरखत निरखत जब जाए पावा, तब ले निरख है। निरख मिलावा। सो वाहेगुरु जी का खालसा, वाहेगुरु जी की फतेह। परम सन्मान योग जुगो जुग अटल। चबर छतर अते तखत दे मालक, बाणी के बोहे सर्ब सांझी वालता दे प्रतीक शब्द गुरु। दसां ही पातशाहियां दी जोत, धन धन श्री गुरु ग्रंथ साहिब महाराज जी दी पावन पवित्र हजूरी। गुरुद्वारा दमदमा साहिब पातशाही पहली पातशाही छेवीं महान पवित्र इतिहासक अस्थान ते विराजमान और यात्रा कर रही बहुत ही सन्मानयोग गुरु रूप साध संगत जी, वडभागे हो जो अमृत वेले दी सांभ संभाल करदियां होया नींदर आलस आदि दा तर्क त्याग करके उदम करदियां होया गुरु चरनां विच पहुँच के आप जी ने गुरु सवारियां तो आशा की वार दे शब्द कीर्तन सरवण करके लाहे प्राप्त कीते हन। हजूर सारियां दी सेवा काल थाएं पाउण, शुभ मनोभावनावां पूरियां करन, चढ़दी कला बख्शण। सो साध संगत उपरंत आप जी ने हुणे हुणे दास पासों जो पावन बचन सरवण कीते हन, ये राग गौड़ी पूर्वी 52 अखरी कबीर जीओ की दे सरलेख हेठ ये बचन गुरु ग्रंथ साहिब विच निरूपण हन। दद्दा अखर दी विचार असी कल कुछ समा कीती सी और इहदियां 4 सतरां विचों 2 सतरां रह गईयां सन। तो विचार की प्रारंभता दद्दे अखर दे पावन उपदेश तो ही
ਆਪ ਜੀ ਤੋਂ ਆਗਿਆ ਲੈ ਕੇ ਕਰਨ ਦਾ ਯਤਨ ਕਰਾਂ। ਆਪ ਜੀ ਨੇ ਰੋਜ਼ਾਨਾ ਦੀ ਤਰ੍ਹਾਂ ਆਸੀਸ ਦੇਣੀ, ਇਕਾਗਰਤਾ ਬਖਸ਼ਿਸ਼ ਕਰਨੀ। ਸੋ ਆਓ ਮਨ ਦੀ ਇਕਾਗਰਤਾ ਤੇ ਰਸਨਾ ਦੀ ਪਵਿੱਤਰਤਾ ਵਾਸਤੇ ਇੱਕ ਵਾਰ ਸਾਰੀ ਸੰਗਤ ਗੁਰਮੰਤਰ ਉਚਾਰਨ ਕਰੋ ਤੇ ਪਿਆਰ ਨਾਲ ਆਖੋ ਜੀ, ਸਤਨਾਮ ਸ੍ਰੀ। ਫਿਰ ਆਖੋ ਜੀ, ਸਤਨਾਮ ਸ੍ਰੀ। ਸਨਮਾਨਯੋਗ ਸਾਧ ਸੰਗਤ, ਪਹਿਲੀ ਗੱਲ ਵੀ ਜੋ ਤੂੰ ਦੇਖ ਰਿਹਾ ਹੈ ਉਹ तमाम ਬਿਨਸਨਹਾਰ ਹੈ। ਰੂਹੇ ਜ਼ਮੀਨ ਦੇ ਉੱਤੇ ਜੋ ਵੀ ਸਾਨੂੰ ਨਜ਼ਰ ਆਉਂਦਾ ਹੈ, ਜਿਸ ਨੂੰ ਅਸੀਂ ਇਹਨਾਂ ਹੱਥਾਂ ਨਾਲ ਛੂਹ ਸਕਨੇ ਆ ਔਰ ਅੱਖਾਂ ਨਾਲ ਦੇਖ ਸਕਨੇ ਆ, ਕੰਨਾਂ ਨਾਲ ਸੁਣ ਸਕਨੇ ਆ, ਨਾਸਕਾਂ ਨਾਲ ਸੁੰਘ ਸਕਨੇ ਆ, ਜਿੱਥੋਂ ਤੱਕ ਸਾਡੀ ਇੰਦਰੀਆਂ ਦੀ ਪਹੁੰਚ ਹੈ, ਉਹ तमाम ਚੀਜ਼ਾਂ ਨਾਸ਼ਵੰਤ ਨੇ। ਦੱਦਾ ਦੇਖ, ਜੋ ਤੂੰ ਦੇਖ ਰਿਹਾ ਹੈ ਬਿਨਸਨਹਾਰਾ, ਇਹ ਸਭ ਬਿਨਸ ਜਾਏਗਾ। ਉਹ ਕਹਿੰਦੇ ਜੀ ਕੋਈ ਤਰੀਕਾ ਹੈ ਵੀ ਮੌਤ ਤੋਂ ਮਨੁੱਖ ਦਾ ਬਚਾਅ ਹੋ ਜਾਏ, ਮਨੁੱਖ ਮਰੇ ਨਾ, ਮਨੁੱਖ ਦੀ ਮੌਤ ਨਾ ਹੋਵੇ। ਕਹਿਣ ਲੱਗੇ ਜੀ ਕੋਈ ਇਸ ਤਰ੍ਹਾਂ ਦਾ ਤਰੀਕਾ ਹੈ। ਸੁਕਰਾਤ ਤੋਂ ਕਿਸੇ ਨੇ ਪੁੱਛਿਆ ਸੀ ਵੀ ਤੁਸੀਂ ਬਹੁਤ ਵੱਡੇ ਫਿਲਾਸਫਰ ਹੋ, ਕੋਈ ਤਰੀਕਾ ਹੈ ਵੀ ਮੌਤ ਤੋਂ ਮਨੁੱਖ ਬਚ ਸਕੇ? ਹੁਣ ਮੌਤ ਤੋਂ ਮਨੁੱਖ ਕਿਵੇਂ ਬਚੇਗਾ? ਕਿਉਂਕਿ ਮਨੁੱਖ ਦਾ ਜਦੋਂ ਜਨਮ ਹੁੰਦਾ ਹੈ ਤੇ ਉਹਦੇ ਨਾਲ ਹੀ ਉਹਦੀ ਮੌਤ ਆ ਜਾਂਦੀ ਹੈ। ਇਹ ਤੇ ਇਦਾਂ ਹੋਇਆ ਵੀ ਜਿੱਦਾਂ ਕੋਈ ਕਵੇ ਵੀ ਕਮਾਨ ਵਿੱਚੋਂ ਤੀਰ ਨਿਕਲ ਗਿਆ ਤੇ ਹੁਣ ਇਹਨੂੰ ਰੋਕ ਲਓ। ਜ਼ੁਬਾਨ ਵਿੱਚੋਂ ਬੋਲ ਨਿਕਲ ਗਿਆ ਹੈ ਪਰ ਇਹਨੂੰ ਰੋਕ ਲਵੋ। ਜ਼ੁਬਾਨ ਚੋਂ ਨਿਕਲਿਆ ਹੋਇਆ ਬੋਲ ਵਾਪਸ ਨਹੀਂ ਆਉਂਦਾ, ਕਮਾਨ ਚੋਂ ਨਿਕਲਿਆ ਹੋਇਆ ਤੀਰ ਵਾਪਸ ਨਹੀਂ ਹੁੰਦਾ। ਔਰ ਜਿਹਦਾ ਜਨਮ ਹੋ ਜਾਏ ਉਹਨੂੰ ਫਿਰ ਮੌਤ ਤੋਂ ਕੋਈ ਨਹੀਂ ਬਚਾ ਸਕਦਾ, ਕਿਉਂਕਿ ਜਨਮੰ ਤਾਂ ਮਰਨੰ। ਜੇ ਜਨਮ ਹੈ ਤੇ ਮੌਤ ਵੀ ਹੈ। ਇਸੇ ਨੂੰ ਆਪ ਜੀ ਅੰਤਮ ਅਰਦਾਸਾਂ ਤੇ ਸਰਵਣ ਕਰਦੇ ਹੋ, ਮਰਨ ਲਿਖਾਏ ਮੰਡਲ ਮੈਂ ਆਏ। ਮੈਂ ਸੌਖੀ ਜੀ ਉਦਾਹਰਨ ਦੇਣਾ ਹੁੰਦਾ, ਵਿਦੇਸ਼ਾਂ 'ਚ ਜਾਈਦਾ ਵਿਜ਼ਟਰ ਤੌਰ ਤੇ ਜਦੋਂ ਉੱਥੇ ਇਮੀਗ੍ਰੇਸ਼ਨ ਅਫਸਰ ਆਪਣੇ ਕੈਬਿਨ 'ਚ ਬੈਠਾ ਹੁੰਦਾ, ਲੋਕ ਲਾਈਨ 'ਚ ਲੱਗੇ ਹੁੰਦੇ ਨੇ ਤੇ ਪਿਆਰਿਓ ਉਹ ਫਿਰ ਐਂਟਰੀ ਦਿੰਦਾ, ਉੱਥੇ ਸਟੈਂਪ ਲਗਾਉਂਦਾ ਹੈ, ਇਜਾਜ਼ਤ ਦਿੰਦਾ, ਡਿਸਕਸ ਥੋੜ੍ਹੀ ਜਿਹੀ 1-2 ਮਿੰਟ ਦੀ ਹਲਕੀ ਫੁਲਕੀ ਜੀ ਇੰਟਰਵਿਊ ਲੈ ਕੇ ਫਿਰ ਉਹ ਪਰਮਿਸ਼ਨ ਦਿੰਦਾ ਵੀ ਤੂੰ ਜਾ ਸਕਣਾ ਅੰਦਰ, ਕੰਟਰੀ 'ਚ ਐਂਟਰ ਹੋ ਸਕਣਾ। ਪਰ ਨਾਲ ਹੁਣ ਤੇ ਕੰਪਿਊਟਰਾਈਜ਼ ਸਿਸਟਮ ਆ ਗਿਆ। ਜਦੋਂ ਮੈਂ ਪਹਿਲਾਂ ਜਾਣਾ ਸ਼ੁਰੂ ਹੋਇਆ ਨਾ ਤੇ ਬਾਕਾਇਦਾ ਪੈਨ ਨਾਲ ਉੱਤੇ ਉਹਨਾਂ ਨੇ ਡੇਟ ਔਰ ਮੰਥ ਔਰ ਈਅਰ ਲਿਖ ਦੇਣਾ, ਔਰ ਪੈਨ ਨਾਲ ਉਹਦੇ ਉੱਤੇ ਇੱਦਾਂ ਕਰਨਾ ਵੀ ਇਹਨੂੰ ਚੰਗੀ ਤਰ੍ਹਾਂ ਦੇਖ, ਇਹ ਜਿਹੜੀ ਡੇਟ ਹੈ ਮੈਂ ਲਿਖ ਦਿੱਤੀ ਹੈ, ਇਸ ਤੋਂ ਪਹਿਲਾਂ ਤੈਨੂੰ ਕੰਟਰੀ ਜਿਹੜੀ ਉਹ ਛੱਡਣੀ ਪਏਗੀ। ਪਿਆਰਿਓ ਇਕਾਗਰਤਾ ਬਖਸ਼ਿਸ਼ ਕਰੋ, ਬਚਨ ਬਲਾਸ ਕਰਨ ਤੋਂ ਗੁਰੇਜ਼ ਕਰੋ। ਇੱਕ ਵਾਰੀ ਆਖੋ ਸਤਨਾਮ ਸ੍ਰੀ। ਹੁਣ ਖਿਆਲ ਕਰਨਾ, ਠੀਕ ਇਸੇ ਤਰ੍ਹਾਂ ਜਦੋਂ ਇਨਸਾਨ ਇਸ ਰੂਹੇ ਜ਼ਮੀਨ ਤੇ ਆਉਂਦਾ ਹੈ, ਮੌਤ ਦੀ ਤਾਰੀਖ ਉਦੋਂ ਹੀ ਨਿਸ਼ਚਿਤ ਹੋ ਜਾਂਦੀ ਹੈ, ਬਾਅਦ ਵਿੱਚ ਨਹੀਂ ਹੁੰਦੀ। ਮਰਨ ਲਿਖਾਏ, ਪਹਿਲਾਂ ਮੌਤ ਤਾਰੀਖ ਲਿਖ ਦਿੰਦਾ ਹੈ, ਮੰਡਲ ਮੈਂ ਆਏ, ਇੱਥੇ ਮੰਡਲ ਵਿੱਚ ਜਗਤ ਵਿੱਚ ਬਾਅਦ ਵਿੱਚ ਭੇਜਦਾ ਹੈ। ਇਸ ਵਾਸਤੇ ਹਜ਼ੂਰ ਸਾਨੂੰ ਖਬਰਦਾਰ ਕਰਦੇ ਨੇ ਵੀ ਇਹ ਜੋ ਤੈਨੂੰ ਇਹਨਾਂ ਨੇਤਰਾਂ ਨਾਲ ਦਿਸ ਰਿਹਾ ਹੈ ਇਹ ਬਿਨਸਨਹਾਰ ਹੈ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਨਹਾਰ। ਫਿਰ ਕੂੜ ਮੀਆਂ, ਕੂੜ ਬੀਬੀ, ਖੱਪ ਹੋਏ ਖਾਰ, ਕੂੜ ਕੂੜੇ ਨਿਉ ਲੱਗਾ ਵਿਸਰਿਆ ਕਰਤਾਰ। ਫਿਰ ਕਹਿੰਦੇ ਨੇ ਜਦੋਂ ਸਭ ਕੂੜ ਹੈ ਫਿਰ ਕਿਸ ਨਾਲ ਕੀਚੈ ਦੋਸਤੀ, ਕਿਉਂਕਿ ਸਭ ਜੱਗ ਚੱਲਣਹਾਰ।
कूड़ मिठा कूड़ माखियों कूड़ डोबै पूर, नानक वखाणे बेनती तुद बाज कूड़ो कूड़। कूड़ मीन जो बिनस जाना है, कूड़ मीन जो नाशवंत है, अविनाशी नहीं। एक तो ये सतगुरु अज बख्शिश कर रहे हैं भी जो तू देख रहा है ये सब विनाशकारी है। दद्दा दद्दे अखर तो उपदेश है। देख जो जो तू देख रहा है बिनसनहारा, वो बिनसनहार है। इसलिए जिहड़ी चीज़ बिनसनहार है ਉਹਨੂੰ पकड़न का कोई लाभ नहीं हुंदा, ਉਹਦੇ ਵਿੱਚ मोह पाण ਦਾ, ਉਹਦੇ ਵਿੱਚ पकड़ बनाने का कोई फायदा कोई फैज़ कोई लाभ नहीं हुंदा, क्योंकि उन्हें बिनस जाना है। और दूसरी गल ये कि जस अदेख तस राख बचारा। बड़े कमाल की गल है, जो नहीं दिसदा ਉਹਨੂੰ सुरत विच रख। जस अदेख जिहड़ा दिसदा नहीं, जो अदेख है, तस राख बचारा, ਉਹਨੂੰ अपनी विचार विच रख, ਉਹਨੂੰ अपनी सुरत दे भांडे विच टका के रख। हुण देखो असी संसारी लोग उस चीज़ नूं मनने आ जिहड़ी दिसदी है, जिहड़ी दिसदी ही नहीं ਉਹਨੂੰ तो असी एक्सैप्ट ही नहीं करते। असी कहने आ ते वहम है, ये तो हो ही नहीं सकता। वेखो जी, जिन्हों असी वेख्या ही नहीं, जिन्हों असी जानते ही नहीं, असी किवें मन लईए। पर हुण जिस गुरु ग्रंथ साहब नूं असी मत्था टेकने आ साध संगत जी, वो कहंदे ने सुरत विच जो दिसदा है इहदे विचों कुछ भी सुरत विच ना रख, और जिहड़ा परमात्मा नहीं दिसदा ਉਹਨੂੰ हमेशा सुरत विच रख। भगतां तै संसारियां जोड़ कदे ना आया। संसारी कहंदे ने जो दिसदा मानी ਉਹਨੂੰ दूजे ਨੂੰ मानी ना। मादा प्रस्त लोग की कहंदे ने, ਜਿਹੜੇ साइंटिस्ट ने वो की कहंदे ने। साइंटिस्ट कहंदे जिहड़ी चीज़ दिसदी नहीं असी तो ਉਹਦੀ होंद ਨੂੰ ਮੰਨਦੇ ही नहीं गे। असी उस चीज़ ਨੂੰ ਮੰਨਦੇ ਹਾਂ ਜਿਹੜੀ दिसदी है, ਜਿਹਨੂੰ ਅਸੀਂ ਬਕਾਇਦਾ इदां छू लईए तो फिर असी कहांगे भी हाँ ये माइक है। और जे असी इहनूं छूईए दिसदा होवे पर साडे हत्थ विच कुछ ना आवे, फिर असी उहनूं एक्सैप्ट नहीं, ये है नहीं गा, अखां दा भुलेखा है। हजूर कहंदे ने जिहड़ा तैनूं नहीं दिसदा परमात्मा, ਉਹਨੂੰ सुरत विच रख, ਉਹਦੇ ਨਾਲ जुड़, अपने विचारां दे विच ਉਹਨੂੰ लियाया कर। क्योंकि साध संगत साडी जिहड़ी सुरत है ना, वो एक प्लेटफार्म वर्गी है, वो एक सड़क वर्गी है। जिवें सड़क के उत्ते बहुत सारे वहीकल दौड़ते हैं ना साध संगत, तुसी किसी हाईवे ते खड़े हो जाओ, उहदे ते बड़ी तेज रफ्तार विच कई प्रकार के वहीकल दौड़ते हैं। इस तरह साडी जिहड़ी सुरत है वो एक हाईवे बनया होया है, एक बहुत वड्डी लंबी चौड़ी बड़ी पद्धरी सड़क बनी हुई है। और जिवें सड़क के उत्ते वहीकल दौड़ते हैं, इस तरह साडी सुरत रूपी सड़क के उत्ते विचार जिहड़े ने, फुरने जिहड़े ने, वो शूटां लगाते हैं, वो दौड़ते हैं। बस उन्होंने ही रोकना है, उन्होंने काबू विच करना है, उन्होंने पकड़ना है। और अगले बचन महाराज बख्श रहे ने, 10वें द्वार कुंची जब दीजै। 10वें द्वार बारे हर कौम विच ही किसी न किसी दृष्टिकोण तो गल की गई है साध संगत जी, पर गुरमत विच गुरबाणी विच 10वें द्वार का बहुत ज़्यादा जिक्र है। दसम द्वार साडे शरीर दियां 9 गोलकां जिहड़ियां ने वो खुलियां होईयां ने। थोड़ा जिहा भी मनुख जागया होया तो उन्होंने ये पता है कि मेरे शरीर दे अंदर 9 गोलकां खुलियां होईयां ने, जिन्हां नाल मैं किरिया करना वा। कन्नां नाल सुणदा हाँ, अखां नाल देखदा हाँ, नासिका नाल सूंघदा हाँ, मूँह नाल बोलदा हाँ, हत्थां नाल करदा हाँ, पैरां नाल तुरदा हाँ। भाव जियो पाए तन साजिया, रखिया बनत बनाए, अखीं देखै जेवा बोलै, कन्नी सुरत समाए, पैरीं चलै, हत्थीं करना दिता, पहने खाए। पर एक द्वार जिन्हों गुप्त मन्या गया है, उन्होंने तुरिया अवस्था भी कहा गया है,
ਉਹਨੂੰ ਗੁਰੂ ਰੂਪ ਸਾਧ ਸੰਗਤ ਜੀ 10ਵਾਂ द्वार भी किया गया। ये जिहड़ा 10वां द्वार है, हजूर बख्शिश करते ने 10वें द्वार कुंची जब दीजै। जदों 10वें द्वार की मनुख नूं कुंजी मिलती है, उहदा ताला खोलदा है और ताला खोलण तो बाद दरवाजा खोलदा है, तो दयाल को दर्शन कीजै। फिर दया दे घर अकाल पुरख दे दीदार हुंदे ने। हुण ये 10वें द्वार की चाबी की है जिहदे नाल महाराज कह रहे ने कुंजी जदों मिलती है तो फिर ये खुलदा है। इहनूं जरा समझिया जी। एक शब्द भगत कबीर साहब दा अमृत बाणी विच आप जी शुरू करते ने, संतां मानो दूतां डानो ए कुटवारी मेरी, दिन सरैन तेरे पाव पलोसों केस चवर कर फेरी। हम कूकर तेरे दरबार भौंकै आगे बदन पसार। पूर्व जन्म हम तुमरे सेवक अब तो मिटया ना जाई, तेरे द्वारे धुन सहज की माथे मेरे दगाई। दागे होए सुरण में जूझै बिन दागे भग जाई। कोठरे में कोठरी परम कोठी विचार, दीनी बस्त कबीर को लीनी बस्त संभार। कबीर दी संसार को लीनी जिस मस्तक भाग, अमृत रस तिन पाया थिर जा का सुहाग। ये शब्द है कबीर साहब दा। इस पंक्ति दी ये जड़ी सतर है, 10वें द्वार कुंची जब दीजै तऊ दयाल को दर्शन कीजै, ये नाल काफ़ी उहदा संबंध है। कबीर साहब कहते ने मैं, मेरा जिहड़ा शरीर है मानो एक किला है, कुटवारी मेरी ये मेरा किला है, और इस किले विच ना मैं संतां नूं मानना वा ते दूतां नूं डन देंदा हाँ। संत कौन ने? ख्याल करिया जी। देखो 3 तरह के अर्थ हुंदे ने, एक पद अर्थ हुंदे ने, एक सरल अर्थ हुंदे ने, एक भाव अर्थ हुंदे ने। जे सिर्फ अर्थां वल जाएंगे तो अनर्थ हो जाएगा। जिवें फील रबाबी बल्द पखावज कौआ ताल बजावे, पैर चोलना गधा नाचे भैंसा भगत करावे, राजा राम ककरी आंबरे पकाए किने बूझन हारे खाए। तो जे उहदे पद अर्थां वल जाएंगे तो अनर्थ हो जाएगा। उस शब्द विच भाव अर्थ लैणे ने। इसे तरह इत्थे संत कौन ने जिन्हां नूं कबीर साहब कहिंदे ने मैं अपने शरीर रूपी किले दे अंदर संतां नूं मानना वां ते दूतां नूं डन देना। दूत कौन ने ते संत कौन ने? सत संगत संत ने सत संतोख दया धर्म धीरज इत्यादक, उन्हां नूं कबीर साहब संत कह रहे हैं। ते काम क्रोध लोभ मोह अहंकार नूं दूत कह रहे हैं। मैं अपने शरीर रूपी किले विच शुभ गुणां नूं जी आया कहना। आओ जी जी आया नूं मेरे अंदर निवास करो, रवो जिन्ना चिर तुसी रहना, तुसी भी सुखी रवो मैं भी सुखी रवां। संतां मानो दूतां डानो, मैं संतां नूं मानना वा दूतां नूं डन देना वा, शुभ गुणां नूं धारण करना वा ते काम क्रोध लोभ मोह अहंकार नूं डन लगाना हाँ, सजा देंदा हाँ। ये कुटवारी मेरी, ये शरीर मानो मेरा एक किला है। दिन सरैन तेरे पांव पलोसों केस चवर कर फेरी। दिन रात मैं तेरे पाम पलोसदा रवां ते अपने केसां दा चौर बना के तेरे उत्ते करां। हुण तुसीं ये मन सकदे हो भी कबीर साहब झूठ बोलदे ने? कबीर झूठ बोल सकदा है? वो कहंदे ने मैं अपने केसां नाल तेरे ते चौर करां, ते इहदा मतलब उन्हां दे केस हैगे ने। ये ते खोजी कहिंदे ने भी कुछ कुछ सदियां होईयां ने जदों केस मुनाण दी परंपरा शुरू होई, और जदों शुरू होई ना वो बड़ी एक अलौकिक जी कथा है, एक पनिशमेंट के तौर पर हुई सी। फिर वेखो वेखी सारिਆਂ ने शुरू हो गए। कबीर साहब कहते ने मैं ओदे हे वैगुरू तेरे चरण पलोसदा रवां ते अपने केसां नाल तेरे उपर चौर करां। फिर रहाव वालियां पंक्तियां विच कहते ने हम कूकर तेरे दरबार भौंकै आगे बदन पसार। मैं जिहड़ी पंक्ति नूं एक्सप्लेन कर रहा उन्होंने जरूर ध्यान च रखिया जे। 10वें द्वार
कुंची जब दीजै तो दयाल को दर्शन कीजै। दर्शन का एक भी मैथड है बई दसम द्वार के दरवाजे खोलो, दरवाजा किवें खोलां जी, ताला लग्या, कहते ताले की चाबी का अरेंजमेंट कर, चाबी किवें मिले, उही गल समझ रहे हैं। हम कूकर तेरे दरबार भौंकै आगे बदन पसार। बदन मैंने शरीर, लम्मे पै के इस तरह दंडवत लम्मे पै के तेरे चरना च असी भौंकने आ, असी तेरे दर दे कुत्ते हाँ। कबीर साहब कहते हैं, हे वागरू मैं तेरे दर दा कुत्ता हाँ। भाव जदों कुत्ता ना साध संगत किसी ओपरे इलाके चला जाए ना, तो फिर जेडे उत्थों दे लोकल कुत्ते ने वो फिर उस कुत्ते नूं उत्थों खदेड़न वास्ते उहनूं पाड़न नूं आउंदे ने। और वो जिहड़ा ओपरा कुत्ता है, कल्ला कुत्ता है ना, वो फिर अपने बचाव वास्ते ना अगों मूँह टड्ड के भौंकदा है ताकि वो मैनूं नुकसान ना करन। वो जदों थोड़ा भौंकदा है, आवाज़ करदा है, तो वो कुत्ते भी रुक जाते हैं, पर जदों चुप कर जाता है वो फिर घेर लैंदे ने आलियों दुआलियों। इसे प्रकार ये जिहड़े वकारां रूपी कुत्ते ने ये मैनूं खाण नूं आउंदे ने। मैं अपने बचाव वास्ते जदों भौंकना वा, तेरी तारीफ करना वा, वैगरू वैगरू करना वा, ये डर के ठिठक के खड़े हो जाते। पर जदों मैं वैगरू वैगरू करना बंद कर देना, ये फिर मेरी धौन दे उत्ते चढ़ जाते हैं। हम कूकर तेरे दरबार भौंकै आगे बदन पसार। एक थां ते गुरु नानक साहब ने भी इस भाव का बचन किया है। उत्थे हजूर ने फरमान किया है, एते कूकर हाउ बेगाना और भौंका इस तन ताई भगतहीन नानक जे होएगा तां खसमै नाओ ना जाई। मरदाने तू मैनू वार वार पुछना भी सच्चे पातशाह, मैं जदों भी तुहाडे अल देखना तुहाडे होठ हिलदे रहिंदे ने, तुसी करतार करतार करदे हो ना? तां हजूर कहन लगे हाँ। महाराज तुहानू भी जपन की लोड़ है? तां महाराज कहंदे ने हाँ मरदाने मैनू भी लोड़ है, क्योंकि वकारां रूपी कुत्तियां नू जे पिछे हटा के रखना है तो फिर वागरू वागरू करतार करतार रब रब रसना तो करना पएगा, नहीं तो पाड़ खांदे ने। सो हम कूकर तेरे दरबार भौंकै आगे बदन पसार, पूर्व जन्म हम तुमरे सेवक। बड़िया थावां ते बचन ने, केड़ी केड़ी गुरबाणी की पंक्ति दे तरोड़ मरोड़ के अर्थ करांगे भी कोई जन्म नहीं, कोई मरण नहीं, कोई अग्गा नहीं, कोई पिछा नहीं, ये जग मिठा अग्गा किन डिठा। बहुत सारे बचन ने, उन्होंने नहीं किसी तरीके होर अर्थ किए जा सकते। पूर्व जन्म हम तुमरे सेवक, हुण पिछले जन्म की गल हो रही है, किते अगले जन्म की गल हुंदी है, किते कई जन्म कहे पै कीट पतंगा, कई जन्म गज मीन करंगा की गल हुंदी है। हे वैगुरू मैं पिछले कई जन्मां विच भी तेरा सेवक सा। पूर्व जन्म हम तुमरे सेवक, अब तौ मिटिया ना। हुण भी मैं तेरा सेवक हाँ, हुण मेरी सेवकी किवें मिट सकती है? मैं किवें तेरे नाल नाता तोड़ सकना? माधवे तुम ना तोरो तो हम नहीं तोड़ें, और तुम स्यों तोर कवन संग जोरै। साची प्रीत हम तुम स्यों जोरी, तुम स्यों जोर अवर संग तोरी। तुमरे भजन कटै जम फासा, इसलिए भगत हेत गावे रविदासा। पूर्व जन्म हम तुमरे सेवक, अब तो मिट्या ना जाई। तेरे द्वारे धुन सहज की मत है मेरे दगाई। वागुरू तेरे नाल जुड़े रहिए ते अंदर आत्मक अडोलता बन जाती है। सत्संग आत्मक अडोलता की व्याख्या बड़ी लंबी चौड़ी है। आत्मक अडोलता यह है भी 3 दिन भाई तारू सिंह जी लथे हुए खोपर नाल जिउंदे रहे, पर डोले नहीं। जिन्हों तुसी बॉडी लैंगुएज कहते हो, कोई दहशत नहीं सी, कोई घबराहट नहीं सी। बंद बंद कटवा लए, चरखड़ियां ते चढ़ गए, पट्ठियां च चोक दिते, पता नहीं कैसे कैसे तसीहे दिते। इनू आत्मक अडोलता कहते हैं। और ये लोग बदेही हो जाते हैं, मैडिटेशन कर करके बदेही हो जाते हैं। जिवें एक कच्चा नारियल हुंदा है, उहदा खोपा ते छिलका सीपे हुंदे ने, तुसी छिलके नूं चोट करोगे खोपा भी टुट जाएगा। पर एक पक्का नारियल हुंदा है, आहिस्ता आहिस्ता जिहड़ा अंदर गरी है खोपा है, उहदा ते छिलके दे विच थोड़ा जिहा स्पेस बन जाता है। फिर तुसी उहनूं तोड़ो, अंदरले खोपे नूं कोई फर्क नहीं पैंदा, क्योंकि विच गायब है।
ਉਹ ਆਤਮਾ ਨੂੰ ਮੈਡੀਟੇਸ਼ਨ ਦੀ ਬਰਕਤ ਨਾਲ ਸਰੀਰ ਨਾਲੋਂ ਜੁਦਾ ਕਰ ਲੈਂਦੇ। ਜਿਵੇਂ ਪੁਰਾਣੇ ਕੱਪੜੇ ਸਵਾਣੀਆਂ ਭੋਏ ਤੇ ਦਰੀ ਵਿਛਾ ਕੇ ਕੱਪੜੇ ਸਿਉਣ ਵਾਲੀ ਮਸ਼ੀਨ ਕੈਂਚੀ ਲੈ ਕੇ ਉਹਨਾਂ ਤੁਹਾਡੇ ਪੁਰਾਣੇ ਕੱਪੜਿਆਂ ਨੂੰ ਕੱਟ ਕੇ ਅੰਦੇ ਪਾਉਂਦੀਆਂ ਨੇ, ਸਾਨੂੰ ਕੋਈ ਦਰਦ ਨਹੀਂ ਹੁੰਦੀ। ਇਸ ਤਰ੍ਹਾਂ ਉਹ ਸਰੀਰ ਨੂੰ ਇੱਕ ਕੱਪੜਾ ਬਣਾ ਲੈਂਦੇ ਨੇ। ਫਿਰ ਕਹਿੰਦੇ ਨੇ ਕੱਪੜ ਰੂਪ ਸੁਹਾਵਨਾ ਛੱਡ ਦੁਨੀਆ ਅੰਦਰ ਜਾਵਨਾ। ਜਿਵੇਂ ਸਾਡੇ ਕੱਪੜੇ ਕੱਟਣ ਨਾਲ ਉਹਨਾਂ ਨੂੰ ਸਾਨੂੰ ਦਰਦ ਨਹੀਂ ਹੁੰਦੀ, ਉਹਨਾਂ ਦੇ ਸਰੀਰ ਨੂੰ ਵੀ ਟੁੱਕਣ ਨਾਲ ਉਹਨਾਂ ਨੂੰ ਦਰਦ ਨਹੀਂ ਹੁੰਦੀ। ਯਕੀਨ ਜਾਣਿਆ ਜੀ, ਵਿਦੇਹੀ ਹੋ ਜਾਂਦੇ ਨੇ। पूर्व जन्म हम तुमरे सेवक अब तो मिट्या ना जाई, तेरे द्वारे धुन सहज की माथे मेरे दगाई। मेरे मत्थे ते तेरा दाग लगा होया, मैं तेरा सेवक। एक परंपरा हुंदी सी साध संगत भी लोग ना गरीबी तो आजत हो के ना अपने बच्चे वेच देंदे सन। साडे हिंदुस्तान विच भी ये परंपरा सी और तुसी हैरान होवोगे, तुसी गूगल ते जाओ, अज भी हिंदुस्तान दे विच परंपरा किते किते है। कई इलाके ने झारखंड विच, छत्तीसगढ़ विच, MP विच, उड़ीसा विच, जिथे इंसानां दी खरीदो फरोख्त हुंदी है और बाकायदा अस्टाम दे उत्ते लिख के हुंदी है। ये भी मैं अर्ज कर दिया। और कीमत सुन के तुसी हैरान हो जाओगे, ओने दा पशु नहीं आउंदा। ये जिहड़ा खिता है पंजाब वसदा गुरां दे नां ते। ये तो साध संगत बहुत अज भी तुसी कंपैरिजन करो बाकी सूबियां नाल ते बड़ी निरंकार दी कृपा है, बड़ी गुरु साहबान दी कृपा है। हर किलोमीटर 2 किलोमीटर 3 किलोमीटर ते लंगर लगा होया। कोई बंदा थोड़ा जिहा भी उदम कर ले ते पंजाब दी धरती ते वो भुखा नहीं रह सकदा। सड़कां ते डक के धक्के नाल चाह छको जी, लंगर छको जी, इदां करो जी, उदां करो जी। अजे भी इंसानां दी थोड़ी थोड़ी लुकवें रूप विच खरीदो फरोख्त हुंदी, पर अरब देश विच बड़ी वड्डी मात्रा च हुंदी सी। हुण ओह की करदे सन, ध्यान दिया जे तुसी मेले मसादां जांदे आ जिहड़े उत्ते नाम तुहाडे एक ओंकार जां ओम लिख देना जां बांह ते नाम लिखा देना। अजकल तुसी स्टैचू भी कहिंदे हो, ओह ही थोड़ा जिहा तकनीक है। तो की करदे सन भी एक बच्चा वेचना है, माँ प्यो गरीब है, उन्होंने खड़ा कर देना है, तो ओहदी बोली लगनी है, हाँ भी मैं ये 5 टके देना वा। दूजे ने कहना मैं 10 देना, 100 देना। तो जिन्हें सब तो ज्यादा देने ਉਹਦੇ ਨਾਂ ਤੇ ਬੋਲੀ ਟੁੱਟ ਜਾਣੀ। ਹੁਣ ਧਿਆਨ ਦਿਆ ਜੇ ਉਦੋਂ ਬਾਅਦ ਕੀ ਹੋਣਾ ਬਈ ਉਹਦੇ ਮੱਥੇ ਦੇ ਉੱਤੇ ਇੱਕ ਡੰਮ ਲਗਾ ਦੇਣਾ ਔਰ ਉਹ ਡੰਮ ਉਸ ਬੰਦੇ ਦੇ ਨਾਮ ਦਾ ਜਿਹਨਾਂ ਨੂੰ ਖਰੀਦਿਆ, ਤਾਂ ਕਿ ਜਦੋਂ ਵੀ ਇਹਨੂੰ ਕੋਈ ਵੇਖੇ ਉਹਨੂੰ ਪਤਾ ਲੱਗ ਜਾਏ ਫਲਾਂ ਵਿਅਕਤੀ ਦਾ ਜ਼ਰ ਖਰੀਦ ਹੈ। ਆਯੁਰਵੈਦ ਇੱਕ ਪद्धति ਹੈ ਇਲਾਜ ਦੀ। आयुर्वेद विच कई तुरंतर विद्वान होए ने, पर एक विद्वान होया जिहदा नाम सी हकीम लुकमान। हकीम लुकमान जर खरीद सी। ये माँ प्यो इहदे गरीब सन, इहनूं वेच गए सन, पर कोई ऐसी घटना हुई, मैं फिर किसी दिन बेनती करांगा, जिन्हों वेचिया सी वो इन्ना प्रभावित होया, उन्हें अपने बच्चों वांगू नूं पढ़ाया और फिर पढ़ लिख के वो हिकमत दा एक बड़ा तगड़ा हकीम बने। अज जे तुसी आयुर्वेद के डॉक्टर बनना है, ये नहीं हो सकता तुसी लुकमान नूं ना पढ़ो, लुकमान नूं पढ़ना पएगा। प्रास्पैक्ट विच ओहदियां किताबां ओहदे ग्रंथां दा जिक्र है, पर वो एक जर खरीद बच्चा सी। वो मत्थे ते डम ला दिंदे सन। एक थां ते गुरु रामदास महाराज ने जिक्र किया है बई मैं गुरु दा कर्जदार हाँ, कर्ज मेथों दिता नहीं गया, इसलिए मेरे मत्थे दे उत्ते वो डम लगा होया है भी ये गुरु दा जर खरीद है। गुरु रामदास महाराज ने श्री गुरु ग्रंथ साहब सच्चे पातशाह च यह भी जिक्र किया है, हमरे मस्तक दाग दगाना, हम कर्ज गुरु बहु सांडे। मैं गुरु दा बड़ा कर्ज देना सी, दिता नहीं गया, इसलिए हुण मैं जर खरीद ही बन गया वां। मुल खरीदी लाला गोला मेरा नाओ, सुभागा गुर की बचनी हाट बकाना, जित लाया तित लागा। पर कबीर साहब कहते ने एक गल पक्की है, दागे होए सो रण में जूझां, बिन दागे पग जाई। जेड़े दागे होए ने वो पता है भी फलाने दे, वो तो भज्जण भी तां भी उन्होंने दुश्मन ने मार देना। हुण वो भजदे नहीं भी पिठ च क्यों मार खानी है, सीधे होके लड़ांगे। साडे ते मत्थे ते उस व्यक्ति दे नाम दा जिक्र है।
ਅਸੀਂ ਤੇ ਭੱਜ ਨਹੀਂ ਸਕਦੇ। ਇਸ ਤਰ੍ਹਾਂ हे परमात्मा मैं भी तेरा ਜ਼ਰ ਖਰੀਦਾਂ, ਮੇਰੇ ਮੱਥੇ ਤੇ ਵੀ ਤੇਰਾ ਦਾਗ ਲੱਗਾ ਹੋਇਆ, ਦਾਗਿਆ ਹੋਇਆ। ਦਾਗ ਸੜੀ ਚੀਜ਼ ਨੂੰ ਵੀ ਕਹਿੰਦੇ ਨੇ, ਫਲਾਣਾ ਦਾਗਿਆ ਗਿਆ ਹੈ। ਦਾਗੇ ਹੋਏ ਸੋ ਰਣ ਮੈਂ ਜੂਝੈ, ਬਿਨ ਦਾਗੇ ਭੱਗ ਜਾਈ। ਅਗਲੇ ਬਚਨ ਇੱਥੇ ਕਹਿੰਦੇ ਨੇ 10ਵੇਂ ਦਵਾਰ ਕੁੰਚੀ ਜਬ ਦੀਜੈ, ਤਉ ਦਿਆਲ ਕੋ ਦਰਸ਼ਨ ਕੀਜੈ। ਉੱਥੇ ਕਹਿੰਦੇ ਨੇ ਕੋਠਰੇ ਮੈਂ ਕੋਠਰੀ ਪਰਮ ਕੋਠੀ ਵਿਚਾਰ। ਹੁਣ ਉਹ 10ਮ ਦਵਾਰ ਬਾਰੇ ਮਤਭੇਦ ਨੇ, ਪਰ ਪ੍ਰੋਫੈਸਰ ਸਾਹਿਬ ਸਿੰਘ ਦਿਮਾਗ ਨੂੰ ਹੀ 10ਮ ਦਵਾਰ ਕਹਿੰਦੇ ਨੇ। ਸੋਚ ਦਾ ਮਨੁੱਖ ਦਾ ਸੋਚ ਮੰਡਲ ਕੀ ਹੈ? ਦਿਮਾਗ ਨਾਲ ਮਨੁੱਖ ਸੋਚਦਾ। ਵੈਸੇ ਵੀ ਵੇਖਣ ਵਿੱਚ ਆਇਆ ਹੈ ਵੀ ਜਿਹੜੇ ਬਹੁਤ ਜ਼ਿਆਦਾ ਤਪਸਵੀ ਲੋਕ ਨੇ, ਅਨੁਭਵੀ ਲੋਕ ਨੇ, ਜਦੋਂ ਉਹਨਾਂ ਦੇ ਪ੍ਰਾਣ ਨਿਕਲਦੇ ਨੇ ਤੇ ਉਹ ਤਾਲੂ ਦੇ ਰਾਹੀਂ, 10ਮ ਦਵਾਰ ਦੇ ਰਾਹੀਂ, ਕਿਉਂਕਿ ਜਦੋਂ ਵੀ ਪ੍ਰਾਣ ਨਿਕਲਦੇ ਨੇ ਨਾ, ਇਹਨਾਂ 10 ਦਰਵਾਜ਼ਿਆਂ ਚੋਂ ਕਿਸੇ ਇੱਕ ਰਸਤੇ ਨੂੰ ਆਤਮਾ ਜਿਹੜੀ ਉਹ ਚੁਣਦੀ ਹੈ। ਅਸੀਂ ਗੌਰ ਨਹੀਂ ਕਰਦੇ, ਕਿਉਂਕਿ ਬਹੁਤ ਸਾਰੇ ਅਸੀਂ ਇਸ ਤਰ੍ਹਾਂ ਦੇ ਲੋਕ ਆ ਵੀ ਜਿਹੜੇ ਵਕਾਰਾਂ ਦੇ ਤਲ ਦੇ ਉੱਤੇ ਜੀਨੇ ਆ। ਮੈਨੂੰ ਖਿਮਾ ਕਰ ਦੇਣਾ, ਇਹ ਚੀਜ਼ਾਂ ਅਨੁਭਵ ਵਿੱਚੋਂ ਨਿਕਲਦੀਆਂ ਨੇ। ਬਲੀਵ ਕਰਨਾ ਨਾ ਕਰਨਾ ਵੱਖਰੀ ਗੱਲ ਹੈ। ਔਰ ਫਿਰ ਜ਼ਿਆਦਾਤਰ ਸਾਡੇ ਜਿਹੜੇ ਗੁਪਤਾਂਗ ਨੇ, ਆਤਮਾ ਉੱਥੋਂ ਹੀ ਨਿਕਲਦੀ ਹੈ। ਜਾਂ ਫਲਸ਼ ਨਿਕਲ ਜਾਏਗੀ ਜਾਂ ਫਿਰ ਪਿਸ਼ਾਬ ਨਿਕਲ ਜਾਏਗਾ। ਕਿਉਂਕਿ ਬਹੁਤਾਤ ਗਿਣਤੀ ਜਿਹੜੀ ਹੈ ਉਹ ਬਹੁਤ ਹੇਠਲੇ ਪੱਧਰ ਤੇ ਜ਼ਿੰਦਗੀ ਬਸ਼ਰ ਕਰਨ ਦੀ ਹੈ। ਕਦੀ ਕੋਈ ਕਰੋੜਾਂ ਚੋਂ ਇੱਕ ਅੱਧਾ ਜਿਹਦੇ ਸਿਰ ਦੇ ਵਿੱਚੋਂ ਫਿਰ ਉਹ ਰਸਤਾ ਬਣਾ ਕੇ ਬਾਕਾਇਦਾ ਉਹ ਫਿਰ ਦਿਸਦਾ ਹੈ ਵੀ ਇੱਥੋਂ ਨਿਕਲੇ ਨੇ ਪ੍ਰਾਣ, ਸਮਝ ਲਓ ਜੀਵਨ ਸਫਲ ਕਰ ਗਿਆ। ਇਹ ਸੰਕੇਤ ਹੈ। ਕੋਠਰੇ ਮੈਂ ਕੋਠਰੀ, ਸਰੀਰ ਮਾਨੋ ਇੱਕ ਕੋਠੀ ਹੈ, ਇਹਦੇ ਵਿੱਚ ਫਿਰ ਇੱਕ ਹੋਰ ਕੋਠੜੀ ਹੈ ਦਿਮਾਗ, ਪਰਮ ਕੋਠੀ ਵਿਚਾਰ। ਪਰਮਾਤਮਾ ਨੇ ਮੈਨੂੰ ਇਹ ਕੋਠੜੀ ਦਾ ਪਤਾ ਦਿੱਤਾ। ਜਿਵੇਂ ਬਾਪੂ ਬਿਮਾਰ ਹੋਵੇ ਨਾ, ਬੜਾ ਧਨਾੜ ਹੋਵੇ, ਤੇ ਉਹ ਫਿਰ ਕਹਿੰਦਾ ਵੀ ਭਾਵੇਂ ਬੱਚਾ ਅਜੇ ਬਹੁਤ ਮੈਚਿਓਰ ਤੇ ਨਹੀਂ ਹੋਇਆ, ਪਰ ਹੁਣ ਇਹਨੂੰ ਸਾਰਾ ਦੱਸਣਾ ਪੈਣਾ। ਫਿਰ ਉਹਨੂੰ ਨਾਲ ਲਿਜਾ ਕੇ ਉਸ ਕੋਠੀ ਦੇ ਵਿੱਚ, ਬੰਗਲੇ ਦੇ ਵਿੱਚ, ਉਹ ਜਗ੍ਹਾ ਜਿੱਥੇ ਉਹਦਾ ਖਜ਼ਾਨਾ ਹੈ, ਉਸ ਖਜ਼ਾਨੇ ਵਾਲੇ ਕਮਰੇ ਦੇ ਵਿੱਚ ਫਿਰ ਇੱਕ ਸੇਫ, ਉਹ ਸੇਫ ਦੇ ਵਿੱਚ ਇੱਕ ਫਿਰ ਛੋਟੀ ਜਿਹੀ ਹੋਰ ਖਾਨਾ, ਜਿਹਦੇ ਵਿੱਚ ਪੰਨੇ, ਹੀਰੇ, ਜਵਾਹਰਾਤ, ਸੋਨਾ, ਚਾਂਦੀ, ਜ਼ਰੂਰੀ ਵਸਤਾਂ ਰੱਖੀਆਂ ਨੇ। ਫਿਰ ਉਹਨੂੰ ਪਤਾ ਦੱਸਦਾ ਵੀ ਬੇਟਾ ਅਸਲ ਚੀਜ਼ ਆ ਹੈ। ਇਸ ਤਰ੍ਹਾਂ ਪ੍ਰਮਾਤਮਾ ਨੇ ਮੈਨੂੰ ਸਰੀਰ ਰੂਪੀ ਕੋਠੇ ਦੇ ਵਿੱਚ ਦਿਮਾਗ, ਔਰ ਦਿਮਾਗ ਦੇ ਵਿੱਚ ਉਹ ਆਲਾ ਜਿਹਦੇ ਵਿੱਚ ਅਸਲ ਵਸਤੂ ਹੈ, ਉਹਦੀ ਦੱਸ ਪਾਈ। ਔਰ ਨਾਲ ਦੱਸਿਆ ਇਹਨੂੰ ਤਾਲਾ ਲੱਗਾ ਹੋਇਆ, ਇਹ ਤਾਲਾ ਖੁੱਲ੍ਹਦਾ ਹੈ ਗੁਰਬਾਣੀ ਨਾਲ, ਉਂਝ ਨਹੀਂ ਖੁੱਲ੍ਹਦਾ। ਚਾਬੀ ਗੁਰਬਾਣੀ ਹੈ, ਜੇ ਗੁਰਬਾਣੀ ਰੂਪੀ ਕੁੰਜੀ ਲਾਏਗਾ ਤੇ ਖੁੱਲੇਗਾ। ਇੱਕ ਦਿਨ ਹਥੌੜੇ ਨੇ ਚਾਬੀ ਨੂੰ ਪੁੱਛਿਆ ਸੀ ਵੀ ਤਾਲੇ ਨੂੰ ਤੋੜਨ ਵਾਸਤੇ ਬੜੀ ਜ਼ੋਰ ਦੀ ਉੱਤੋਂ ਮੈਂ ਚੋਟ ਕਰਨਾ ਵਾ, ਉਹ ਖੁੱਲਦਾ ਕਿਉਂ ਨਹੀਂਗਾ? ਤੈਨੂੰ ਬੜਾ ਢੰਗ ਏ। ਉਹ ਕਹਿੰਦੇ ਵੀ ਤੂੰ ਬਾਹਰੋਂ ਚੋਟਾਂ ਕਰਨਾ ਹੈ, ਮੈਂ ਉਹਦੇ ਅੰਦਰ ਜਾ ਕੇ ਨਾ ਥੋੜੀ ਜੀ ਕਲਾ ਮਰੋੜ ਦੇਣੀ ਆ, ਉਹ ਖੁੱਲ ਜਾਂਦਾ। ਮੈਨੂੰ ਅੰਦਰੋਂ ਪਕੜਨ ਦੀ ਜਾਚ ਹੈ, ਤੂੰ ਉਹਨੂੰ ਬਾਹਰੋਂ ਪਕੜਨਾ। ਤੋ ਕੋਠਰੇ ਮੈਂ ਕੋਠਰੀ ਪਰਮ ਕੋਠੀ ਵਿਚਾਰ, ਦੀਨੀ ਬਸਤ ਕਬੀਰ ਕੋ ਲੀਨੀ ਬਸਤ ਸਮਾਰ। ਮੈਨੂੰ ਵਾਹਿਗੁਰੂ ਨੇ ਨਾਮ ਰੂਪੀ ਵਸਤੂ ਦੱਸ ਦਿੱਤੀ ਵੀ 10ਮ ਦਵਾਰ 'ਚ, ਸੋਚ ਮੰਡਲ 'ਚ, ਦਿਮਾਗ 'ਚ ਸਾਰੀ ਗੇਮ। ਕੁਝ ਵਿਦਵਾਨ ਇੱਥੇ ਵੀ ਹੱਥ ਰੱਖ ਕੇ ਦੱਸਦੇ ਨੇ ਵੀ ਇੱਥੇ ਸੁਰਤ, ਇੱਥੇ ਫੋਕਸ ਕਰਨਾ ਹੈ, ਪਰ ਪ੍ਰੋਫੈਸਰ ਸਾਹਿਬ ਕਹਿੰਦੇ ਵੀ ਨਹੀਂ, ਉਹ ਸੋਚ ਮੰਡਲ ਆ ਹੈ। ਮੈਨੂੰ ਵੀ ਇਹੀ ਜੱਚਦਾ ਹੈ। ਆਪਣਾ ਆਪਣਾ ਅਨੁਭਵ ਹੈ, ਤੁਸੀਂ ਆਪਣੇ ਹਿਸਾਬ ਨਾਲ ਕਰ ਸਕਦੇ ਹੋ। ਕਬੀਰ ਦੀ ਸੰਸਾਰ ਕੋ, ਮੈਨੂੰ ਪ੍ਰਮਾਤਮਾ ਨੇ ਦਿੱਤੀ, ਮੈਂ ਸੰਸਾਰੀਆਂ ਨੂੰ ਦਿੱਤੀ। ਲੀਨੀ ਜਿਸ ਮਸਤਕ ਭਾਗ, ਪਰ ਸਾਰਿਆਂ ਨੇ ਨਹੀਂ ਲਈ। ਮੈਂ ਵੀ 10 ਪਾਈ ਨਾਮ ਦੀ, ਮੈਂ ਵੀ ਨਾਮ ਵੰਡਿਆ, ਮੈਂ ਵੀ ਆਖਿਆ ਜਪੋ, ਇੱਦਾਂ ਜਪੋ, ਉੱਦਾਂ ਜਪੋ, ਪਰ ਕਹਿਣ ਲੱਗੇ ਕਿਸੇ ਵਿਰਲੇ ਨੇ ਲਈ, ਬਾਕੀ ਜਿਹੜੇ ਸਨ ਉਹਨਾਂ ਨੇ ਇਹਨੂੰ ਇਗਨੋਰ ਕਰ ਦਿੱਤਾ। ਕਬੀਰ ਮਾਰਗ ਮੋਤੀ ਬੀਥਰੇ, ਅੰਧਾ ਨਿਕਸਿਓ ਜਾਏ, ਔਰ ਜੋਤ ਬਿਨਾ ਜਗਦੀਸ਼ ਕੀ ਜਗਤ ਉਲੰਘੇ ਜਾਏ। ਰਸਤੇ ਵਿੱਚ ਮੋਤੀ ਖਿਲਰੇ ਹੋਏ ਔਰ ਨੇਤਰਹੀਣ ਬੰਦਾ, ਔਰ ਪੈਰਾਂ ਵਿੱਚ ਜੁੱਤੀ ਵੀ ਕੋਨੀ, ਮੁਫਲਿਸ ਹੈ, ਦਰਿਦਰ ਹੈ, ਗਰੀਬ ਹੈ, ਪੂਅਰ ਹੈ, ਔਰ ਲੰਘਿਆ ਜਾਂਦਾ ਉਹਨਾਂ ਨੂੰ ਮਿੱਧ ਕੇ। ਔਰ ਕਹਿੰਦਾ ਵੀ ਅੱਜ ਮੈਂ ਜਿਹੜੇ ਰਸਤੇ 'ਚ ਆਇਆ ਨਾ, ਕੰਕਰ ਬੜੇ ਸਨ, ਮੈਨੂੰ ਬਹੁਤ ਚੁੱਭੇ ਨੇ, ਕਿਉਂਕਿ ਅੱਖਾਂ ਦੀ ਜੋਤ ਕੋਨੀ ਗੀ। ਨੇਤਰਹੀਣ ਬੰਦੇ ਨੂੰ ਮੋਤੀ ਵੀ ਕੰਕਰ ਲੱਗਦੇ ਨੇ, ਔਰ ਆਤਮਕ ਪੱਖੋਂ ਅੰਨੇ ਬੰਦੇ ਨੂੰ ਨਾਮ ਰੂਪੀ ਮੋਤੀ ਜਿਹੜੇ ਨੇ ਉਹ ਵਿਅਰਥ ਹੀ ਲੱਗਦੇ ਨੇ, ਉਹ ਪ੍ਰਾਪਤ ਨਹੀਂ ਕਰ ਸਕਦਾ, ਲਾਹਾ ਨਹੀਂ ਲੈ ਸਕਦਾ।
कबीर दी संसार को लीनी जिस मस्तक पा, किसे विरले ने लई, सारियां ने नहीं लई। और जिन्हां ने लई उन्हां ने दसम द्वार की कुंजी जिहड़ी है वो प्राप्त कर लई, फिर इनू खोल लिया। कबीर साहब कहते ने ये दसम द्वार की कुंजी चाबी है। चाबी कुंजी गुरबाणी किवें बनती है? गुरबाणी नूं पहलां प्यार नाल पढ़ना, फिर यथाशक साध संगत उहनूं समझण की कोशिश करनी, और फिर असल गल है उहदे ते अमल करना शुरू करना, इंप्लीमेंट करना। हुण भाई गुरदास जी ने इस संबंध में 3 कवित हेठ उत्ते लिखे ने। वो कहते ने मरचां लगण ते मनुख खंड 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 करे ते मूँह मिठा नहीं हुंदा। उहनूं खेचल करके किसी तो खंड जां ते मंगाणी पैंदी है, जां उठ के रसोई जाके डब्बा खोल के चूंडी खंड की तली ते रख के फक्का मारे, फिर मूँह मिठा होएगा ना। खंड शब्द तुसी एक कागज़ दे उत्ते कोई मुसब्बर सूरज की तस्वीर बना दे और उन्होंने हनेरे विच रख दिओ तो वो तस्वीर हनेरा तो नहीं ना दूर कर सकती। बड़ी भुख लगी है, एक थाल विच 3-4 कौलियां खीर, दही, पापड़, प्रशादे, सब्जी भाजी और थाल ब्रश नाल बना दे ते अगे रख दईए ते ना तो खाधा जाता, ना उहदे नाल भुख मिटदी है। सच्ची मुच्ची दा थाल चाहिए ना, सच्ची मुच्ची दा सूरज हनेरा दूर करेगा। तो ये कल्ले शब्द जिहड़े ने वो फिर कुछ नहीं स्वारदे, उन्होंने इंप्लीमेंट करना पैंदा है। खांड खांड कह जेवा ना स्वाद मीठो आवे, अगन अगन कह शीत ना बनास है। बड़ी ठंड लग रही है तो अग अग कहण नाल निग नहीं आउंदा भाई, 4 कख रख के लकड़ां रख के अग बाल के फूक मारनी पैंदी, फिर ठंड उतरदी है। कली अग अग कहण नाल नहीं, चंद्रमा चंद्रमा कहण नाल रोशनी नहीं हो जाती, और चंदन चंदन कहण नाल सुगंधी नहीं हो जाती। भाई साहब ने ये 1 2 3 4 5 6 7 8 10 होर भी एग्जाम्पल्स दित्तियां ने। रस्ता पुछण नाल मंजिल नहीं मिलती, रस्ते ते तुरन नाल मंजिल मिलती है। ये जानकारी होनी भी दिल्ली इत्थों पूर्व दिशा वाले और 300+ किलोमीटर है, ये जानकारी चंगी गल है, पर सिर्फ जानकारी नाल कोई दिल्ली नहीं पहुंच जाता, उधर तुरना पैंदा, आपां सारिआं नूं पता है। कबीर दी संसार को लीनी जिस मस्तक भाग, ਜਿਹੜੇ ਜਿਹਦੇ मत्थे भाग जागे सन, किसी विरले भागां वाले ने वस्तु मेरे तो प्राप्त की, बाकियां ने प्राप्त ही नहीं की। गुरबाणी कुंजी है दसम द्वार का। साध संगत भाई साहब भाई गुरदास जी ने एक कवित गुरबाणी की उपमा विच जिहड़ा लिखिया बड़ा प्रसिद्ध है, बड़ा प्रचलित है। आप जी कहते ने भी जैसे तो सकल निध पूर्ण समुंदर बिखे हंस, जिहड़ा मरजीवा नेचो प्रसाद पावे। जैसे पर्वत हीरा माणक पारस सिद्ध खनवारा खन जग बिखै प्रगटावे। जैसे बन बिखै मलियागर सोधा कपूर सोध कै सुबासी सुबास बेसावे। तैसे गुरबाणी बिखै सकल पदार्थ हैं, जोई जोई खोजै सोई सोई निप जावे। 3 एग्जाम्पल दित्तियां ने, एक सागर दी, दूसरी पहाड़ां दी, तीसरी जंगल दी। सागर विच बहुत पदार्थ ने, कला उहदे विच नॉन वैज नहीं गा भी बहुत केकड़े ने, मच्छियां बहुत ने, होर बहुत इस तरह के जीव जंतु ने जिन्हां दा लोकी सेवन करते हैं। इस तो इलावा भी साध संगत बहुत कुछ है सागर दे विच, पर कोई कंढे ते बैठ के और वापस आ जाए उन्होंने प्राप्त नहीं हुंदा। हुण ते साधन आ गए ने, पहला गोताखोर हुंदे सन, उन्हां दी कैपेसिटी हुंदी सी बिना साह लए किन्ना चिर वो पानी च रह सकते हैं, वो फिर थल्लियों जाके कुछ प्राप्त करते हुंदे सन। और हुण बड़े साधन आ गए ने, हुण ते मनुख जिवें जमीन दे उत्ते तुरदा है, इस तरह थल्लड़े तल ते जाके तुर सकदा है। समुंदर विच बहुत कुछ है, पर जिहड़ा हंस है, गोताखोर है, वो ਉਹਦੇ ਵਿੱਚ थल्ले उतर के ਉਹਨੂੰ प्राप्त कर सकता, किनारे ते बैठण वाला प्राप्त नहीं कर सकता। श्री गुरु ग्रंथ साहब विच भी बहुत कुछ है,
ਪਰ ਗੁਰੂ ਗ੍ਰੰਥ ਸਾਹਿਬ ਰੂਪੀ ਸਾਗਰ ਦੇ ਕਿਨਾਰੇ ਤੇ ਬੈਠ ਕੇ ਕੁਝ ਪ੍ਰਾਪਤ ਨਹੀਂ ਹੁੰਦਾ, ਇਹਦੇ ਵਿੱਚ ਡੁੱਬਣਾ ਪੈਂਦਾ ਹੈ। ਗੋਤਾਖੋਰ ਡੁੱਬ ਜਾਂਦਾ ਨਾ ਵਿੱਚ, ਥੱਲੇ ਉਤਰ ਜਾਂਦਾ, ਫਿਰ ਕੁਝ ਪ੍ਰਾਪਤ ਹੁੰਦਾ। ਡੁੱਬਿਆਂ ਬਿਨਾਂ ਕੁਝ ਨਹੀਂ ਪ੍ਰਾਪਤ ਹੁੰਦਾ। ਗੁਰਬਾਣੀ ਵਿੱਚ ਡੁੱਬਣਾ ਕੀ ਹੈ? ਗੁਰਬਾਣੀ ਨੂੰ ਪੜ੍ਹਨਾ, ਗੁਰਬਾਣੀ ਨੂੰ ਵਿਚਾਰਨਾ। ਔਰ ਹੁਣ ਤੇ ਸਾਧ ਸੰਗਤ ਅਸੀਂ ਆਪ ਕੀ ਵਿਚਾਰਨਾ ਹੈ? ਜਿਹੜੀ ਵਿਚਾਰ ਰੂਟੀਨ ਵਿੱਚ ਹੁੰਦੀ ਅਸੀਂ ਉਹਦੇ ਤੇ ਵੀ ਸ਼ੱਕ ਕਰਨੇ ਆ ਵੀ ਆ ਵੀ ਜਿਹੜੀ ਕਥਾ ਇਹ ਕਥਾ ਤਾਂ ਇਹ ਭਾਈ ਕਹਿ ਰਿਹਾ ਵੀ ਮੇਰੇ ਤੋਂ ਕਥਾ ਕਰਾਓ, ਵੀ ਇਹ ਕਹਿੰਦਾ ਮੇਰੇ ਪੈਸੇ ਬਣ। ਅੰਤਮ ਸੰਸਕਾਰ ਸਾਡੇ 4 ਸੰਸਕਾਰਾਂ ਵਿੱਚੋਂ ਇੱਕ ਹੈ। ਇਤਨਾ ਜ਼ਬਰਦਸਤ ਖੁਲਾਸਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ। ਗੁਰੂ ਅਮਰਦਾਸ ਨੇ ਜੋਤੀ ਜੋਤ ਸਮਾਨ ਤੋਂ ਪਹਿਲਾਂ ਦੱਸਿਆ ਵੀ ਕਰਨਾ ਕੀ ਹੈ ਮੇਰੇ ਤੋਂ ਬਾਅਦ ਤੁਸੀਂ। ਇੱਕ ਤੇ ਰੋਣਾ ਨਹੀਂ, ਮਤ ਮੈਂ ਪਿੱਛੇ ਕੋਈ ਰੋਬ ਸੀ ਸੋ ਮੈਂ ਮੂਲ ਨਾ ਪਾਇਆ। ਔਰ ਇੱਕ ਤੁਸੀਂ ਕੀ ਕਰਨਾ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ, ਕੇਸੋ ਗੋਪਾਲ ਪੰਡਤ ਸਦਿਓ, ਹਰ ਹਰ ਕਥਾ ਪੜ੍ਹੇ ਪੁਰਾਣ ਜੀਓ। ਕੀਰਤਨ ਕਥਾ ਕਰਨਾ ਹੈ। ਔਰ ਫਿਰ ਵੀ ਮਨੁੱਖ ਕਵੇ ਵੀ ਚਲੋ ਕੋਈ ਨਹੀਂ ਜੀ ਵਿਚਾਰ ਬਣਾ ਲੈਂਦੇ ਹਾਂ, ਫਿਰ ਮਰਿਆਦਾ ਤੇ ਤੇਰੀ ਚੱਲੀ ਨਾ। ਗੁਰੂ ਅਮਰਦਾਸ ਦੀ ਗੁਰੂ ਸਾਹਿਬ ਦੀ ਬਣਾਈ ਹੋਈ ਮਰਿਆਦਾ ਥੋੜਾ ਤੂੰ ਗੁਰਦੁਆਰਿਆਂ ਚੱਲਣ ਦਿੱਤੀ, ਤੂੰ ਤੇ ਫਿਰ ਆਪਣੀ ਮਰਿਆਦਾ ਚਲਾਈ ਨਾ ਵੀ ਮੈਂ ਕਥਾ ਕਰਾਣੀ ਹੈ, ਕੀਰਤਨ ਨਹੀਂ ਕਰਾਣਾ। ਕੀਰਤਨ ਕਰਾਣਾ ਹੈ, ਕਥਾ ਨਹੀਂ ਕਰਾਣੀ। ਕਿਸੇ ਕਥਾਕਾਰ ਨਾਲ ਤੁਹਾਨੂੰ ਜੈਲਸ ਹੋ ਸਕਦੀ ਹੈ, ਪਰ ਕਥਾ ਨਾਲ ਤੇ ਜੈਲਸ ਨਹੀਂ ਨਾ ਹੋਣੀ ਚਾਹੀਦੀ। ਉਹ ਤੇ ਹੋਣੀ ਚਾਹੀਦੀ ਹੈ। ਕੋਈ ਕਰ ਜਾਏ, ਜਸਵਿੰਦਰ ਸਿੰਘ ਨਾ ਕਰੇ, ਮਹਿੰਦਰ ਸਿੰਘ ਕਰ ਜਾਏ, ਜੋਗਿੰਦਰ ਸਿੰਘ ਕਰ ਜਾਏ, ਪਰ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਹੋਣੀ ਚਾਹੀਦੀ ਹੈ। ਉਹ ਕੋਈ ਨਹੀਂ ਜੀ ਸਲਾਹ ਕਰਾਂਗੇ ਜੀ, ਦੱਸਾਂਗੇ ਜੀ, ਤੇ ਫਿਰ ਭਾਈ ਮਰਿਆਦਾ ਕਾਹਦੀ ਹੋਈ? ਫਿਰ ਅਸੀਂ ਮਰਿਆਦਾ ਨੂੰ ਇੰਪਲੀਮੈਂਟ ਕੀ ਕਰ ਰਹੇ ਹਾਂ? ਉੱਥੇ ਨੈਗੇਟਿਵ ਸੋਚ ਮਨ ਦੇ ਵਿੱਚ ਆ ਜਾਂਦੀ ਹੈ ਵੀ ਇਹ ਤੇ ਮਾਇਆ ਵਾਸਤੇ ਹੈ। ਯਾ ਹਾਲ ਹੈ ਸਾਡਾ, ਜੈਸੀ ਦ੍ਰਿਸ਼ਟੀ ਤੈਸੀ ਸ੍ਰਿਸ਼ਟੀ। ਖੈਰ ਗੁਰੂ ਸਾਹਿਬ ਸਾਨੂੰ ਸਮਤ ਬਖਸ਼ਿਸ਼ ਕਰਨ। ਆਨੰਦ ਕਾਰਜਾਂ ਦੇ ਉੱਤੇ ਕਥਾ ਦੀ ਪਰੰਪਰਾ ਹੁੰਦੀ ਸੀ, ਅਸੀਂ ਉਹ ਪਰੰਪਰਾ ਖਤਮ ਕਰ ਦਿੱਤੀ। ਵੈਸੇ ਤੇ ਆਨੰਦ ਕਾਰਜ, ਇਕੱਲੇ ਆਨੰਦ ਕਾਰਜ ਤੇ ਕਥਾ ਕਰਨ ਨਾਲ ਗੱਲ ਨਹੀਂ ਬਣਦੀ। ਬੱਚੇ ਬੱਚੀ ਨੂੰ ਉਸ ਤੋਂ ਪਹਿਲਾਂ, ਮੈਂ ਮਿਸ਼ਨਰੀ ਕਾਲਜ ਪੜ੍ਹਦਾ ਹੁੰਦਾ ਸਾਂ, ਅਨਮੈਰਿਡ ਸਾਂ। ਮੈਂ ਪ੍ਰਿੰਸੀਪਲ ਸਾਹਿਬ ਨੂੰ ਬੇਨਤੀ ਕੀਤੀ ਵੀ ਪ੍ਰਿੰਸੀਪਲ ਸਾਹਿਬ ਇਸ ਤਰ੍ਹਾਂ ਮਾਤਾ ਪਿਤਾ ਨੇ ਤੁਹਾਨੂੰ ਪਤਾ ਹੀ ਸੀ ਅੰਗੇਜਮੈਂਟ ਕੀਤੀ ਸੀ ਤੇ ਹੁਣ ਮੈਰਿਜ ਦੀ ਤਾਰੀਖ ਨਿਸ਼ਚਿਤ ਹੋ ਗਈ ਹੈ, ਤੇ ਮੈਂ ਚਾਹੁੰਦਾ ਵੀ ਕਾਲਜ ਤੋਂ ਵੀ ਸਾਰੇ ਸਿੰਘ ਆਉਣ, ਤੁਸੀਂ ਵੀ ਆਵੋ, ਉੱਥੇ ਕਥਾ ਕਰੋ, ਕੀਰਤਨ। ਤਾਂ ਮੈਨੂੰ ਕਹਿਣ ਲੱਗੇ ਵੀ ਮੇਰੇ ਨਾਲ ਆ। ਉਹ ਅੱਗੇ ਮੈਂ ਪਿੱਛੇ ਦਫ਼ਤਰ ਚਲੇ ਗਏ। ਦਫ਼ਤਰ 'ਚ ਉਹਨਾਂ ਨੇ ਜਾ ਕੇ ਮੈਨੂੰ ਇੱਕ ਪੰਫਲੇਟ ਦਿੱਤਾ, ਜਿਸ ਪੰਫਲੇਟ ਵਿੱਚ 4 ਲਾਵਾਂ ਨੂੰ ਅਰਥ ਕਰਕੇ ਐਕਸਪਲੇਨ ਕੀਤਾ ਗਿਆ ਸੀ। ਨਾਲੇ ਹੱਸ ਕੇ ਕਹਿਣ ਲੱਗੇ ਵਿਆਹ ਕਰਾਉਣ ਚੱਲਾ ਹੈ, ਜਿਹੜੀਆਂ 4 ਲਾਵਾਂ ਦਾ ਪਾਠ ਕਰਕੇ ਪਰਿਕਰਮਾ ਕਰਨੀਆਂ ਨੇ, ਵੇਖ ਤੇ ਲੈ ਲਓ ਲਾਵਾਂ ਕਹਿੰਦੀਆਂ ਕੀ ਨੇ। ਉਹਨਾਂ ਨੇ ਮੈਨੂੰ ਪੜ੍ਹਾਈਆਂ ਸਨ ਉਦੋਂ। ਹੁਣ ਜਿਹੜੀਆਂ ਲਾਵਾਂ ਦਾ ਪਾਠ ਲਾੜਾ ਲਾੜੀ ਸੁਣ ਰਹੇ ਹੁੰਦੇ ਨੇ, ਉਹਨਾਂ ਨੂੰ ਪਤਾ ਹੀ ਕੋਈ ਨਹੀਂ ਵੀ ਉਹਦੇ 'ਚ ਮੈਸੇਜ ਕੀ ਹੈ। ਚਲੋ ਉੱਥੇ ਕਥਾ ਹੋਵੇ ਚੰਗੀ ਗੱਲ ਹੈ, ਪਰ 19 ਕੁ ਅੱਧੇ ਘੰਟੇ 10 ਮਿੰਟ ਦੀ ਕਥਾ ਕੀ ਸਵਾਰੇਗੀ? ਪ੍ਰੈਪਰੇਸ਼ਨ ਤੇ ਪਹਿਲਾਂ ਤੋਂ ਹੋਣੀ ਚਾਹੀਦੀ ਹੈ। ਅੱਜ ਹੁਣ ਤੁਹਾਡੇ ਸਾਹਮਣੇ ਕੀ ਹਾਲਾਤ ਨੇ ਘਰਾਂ ਦੇ। ਛੋਟੀਆਂ ਗੱਲਾਂ ਤੋਂ ਡਾਈਵੋਰਸ ਹੋ ਜਾਣੇ, ਮਨ ਮੁਟਾਵ ਹੋ ਜਾਣੇ। ਇਹ ਸਾਡੀਆਂ ਮਨ ਮਰਜ਼ੀਆਂ ਦਾ ਹੀ ਨਤੀਜਾ ਹੈ ਨਾ, ਵੀ ਅਸੀਂ ਗੁਰਬਾਣੀ ਤੋਂ ਦੂਰ ਰੱਖਣਾ ਬੱਚਿਆਂ ਨੂੰ, ਔਰ ਕਹਿਣਾ ਵੀ ਇਹ ਕਥਾ ਤੇ ਪੈਸੇ ਲੈਣ ਵਾਸਤੇ ਭਾਈ ਕਹਿੰਦੇ ਨੇ ਵੀ ਸਾਡੇ ਤੋਂ ਕਥਾ ਕਰਾਓ। ਤੇ ਫਿਰ ਭਾਈ ਠੀਕ ਹੈ, ਵਕੀਲਾਂ ਨੂੰ ਦਿਓ, ਜੋ ਬਾਬੇ ਕੇ ਦਾਮ ਨਾ ਦੇं ਬਾਬਰ ਕੇ ਗਹਿ ਕੇ ਲੈ। ਉਹ ਤੇ ਫਿਰ ਪਕੜ ਕੇ ਲੈਣਗੇ। ਉਹ ਕੋਈ ਬੰਦਾ ਚਲਾ ਗਿਆ ਨਾ ਵਕੀਲ ਕੋਲ ਵੀ ਵਕੀਲ ਸਾਹਿਬ ਡਿਵੋਰਸ ਲੈਣਾ ਹੈ, ਪੁਰਾਣੀ ਗੱਲ ਹੈ, ਉਹ ਕਹਿਣ ਲੱਗਾ ਵੀ ਰੁਪਈਆ 2000 ਲੱਗੇਗਾ। ਉਹ ਕਹਿਣ ਲੱਗਾ ਜੀ ਗ੍ਰੰਥੀ ਨੇ ਤੇ 100 ਰੁਪਈਆ ਲੈ ਕੇ ਵਿਆਹ ਕਰ ਦਿੱਤਾ ਸੀ। ਉਹ ਕਹਿਣ ਲੱਗਾ ਕਰਾਉਣ ਦਾ 100 ਹੀ ਲੱਗਦਾ, ਖਹਿੜਾ ਛਡਾਉਣ ਦਾ 2000 ਲੱਗਦਾ। ਫਸਣ ਨੂੰ ਤੇ 100 ਰੁਪਈਏ ਕਾਫੀ, 100 ਚ ਵੀ ਫਸਾ ਦਿੰਦੇ ਆ। ਫਿਰ ਇਸ ਤਰ੍ਹਾਂ ਇਸ ਪਾਸੇ ਵੀ ਨੂੰ ਵੀ ਤੁਰਨਾ ਪੈਂਦਾ। ਖੈਰ ਗੁਰੂ ਕਿਰਪਾ ਕਰੇ, ਵਿਚਾਰ ਦੇ ਵਿੱਚੋਂ ਇਹ ਚੀਜ਼ ਨਿਕਲ ਕੇ ਆਉਣੀ ਹੈ
ਗੁਰਬਾਣੀ ਨੂੰ ਅਸੀਂ ਪੜ੍ਹਨਾ ਹੈ, ਸਮਝਣਾ ਹੈ ਔਰ ਇੰਪਲੀਮੈਂਟ ਕਰਨਾ ਹੈ। ਇਕੱਲਾ ਸਮਝਣਾ ਨਹੀਂ ਵੀ ਕਥਾ ਕਰ ਲਈ ਤੇ ਗੱਲ ਖਤਮ ਹੋ ਗਈ, ਇਹ ਵੀ ਮਰਜ਼ ਕਰਦੇ ਆ। ਕਥਾ ਲਾਜ਼ਮੀ ਹੈ, ਉਹ ਮਿਡ ਦੇ ਵਿੱਚ ਇੱਕ ਚੀਜ਼ ਹੈ, ਪਰ ਫਿਰ ਉਹਨੂੰ ਇੰਪਲੀਮੈਂਟ ਆਪ ਹੀ ਕਰਨਾ ਪੈਣਾ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ, ਜੈਸੇ ਤੋ ਸਕਲ ਨਿਧ ਪੂਰਨ ਸਮੁੰਦਰ ਬਿਖੈ, ਹੰਸ ਮਰਜੀਵਾ ਨੇਚੋ ਪ੍ਰਸਾਦ ਪਾਵੇ, ਪਰਬਤ ਬਿਖੈ ਹੀਰਾ ਮਾਣਕ ਪਾਰ ਸਿੱਧ, ਖਨਵਾਰਾ ਖਨ ਜਗ ਬਿਖੈ ਪ੍ਰਗਟਾਵੀ। ਹੁਣ ਤੇ ਸਾਧ ਸੰਗ ਮਸ਼ੀਨਾਂ ਆ ਗਈਆਂ ਨੇ, ਉਹ ਮਸ਼ੀਨਾਂ ਇਹ ਦੱਸ ਦਿੰਦੀਆਂ ਨੇ ਵੀ ਜ਼ਮੀਨ ਦੇ ਥੱਲੇ ਇੱਥੇ ਪਾਣੀ ਹੈ, ਇੱਥੇ ਤੇਲ ਹੈ, ਇੱਥੇ ਸੋਨਾ ਹੈ, ਚਾਂਦੀ ਹੈ, ਅਬਰਕ ਹੈ, ਜਾਂ ਕੋਈ ਹੋਰ ਜਿਸ ਤਰ੍ਹਾਂ ਦਾ ਵੀ ਪਦਾਰਥ ਹੈ। ਪਰ ਕਿਸੇ ਜ਼ਮਾਨੇ ਨਾ ਇੰਨੀ ਮਿਹਨਤ ਕਰਨੀ ਪੈਂਦੀ ਸੀ ਵੀ ਹਥੌੜਾ ਛੈਣੀ ਲੈ ਕੇ ਤਰਾਸ਼ ਤਰਾਸ਼ ਕੇ ਚੀਜ਼ਾਂ ਲੱਭਣੀਆਂ ਪੈਂਦੀਆਂ ਸਨ ਪਹਾੜਾਂ 'ਚੋਂ। ਪਰਬਤ ਵਿਖੈ ਹੀਰਾ ਮਾਣਕ ਪਾਰਸ ਸਿੱਧ, ਪਰਬਤਾਂ ਵਿੱਚੋਂ ਹੀਰੇ ਨਿਕਲਦੇ ਨੇ। ਸਾਧ ਸੰਗ ਸਮਾਂ ਬੜਾ ਬਲਵਾਨ ਹੈ, ਜਿਹਨੂੰ ਤੁਸੀਂ ਕੋਲਾ ਕਹਿੰਦੇ ਹੋ। ਜੇ ਬਹੁਤ ਲੰਬਾ ਸਮਾਂ ਉਹ ਕੋਲਾ ਜ਼ਮੀਨ ਵਿੱਚ ਦਫਨ ਰਵੇ, ਕੋਲਾ ਹੀ ਹੀਰਾ ਬਣ ਜਾਂਦਾ ਹੈ। ਸਮਾਂ ਬਹੁਤ ਬਲਵਾਨ ਹੈ, ਸਮੇਂ 'ਚ ਬਹੁਤ ਤਾਕਤ ਹੈ। ਬਹੁਤ ਸਾਰੇ ਹੀਰੇ ਕੋਲਿਆਂ ਦੀਆਂ ਖਾਨਾਂ 'ਚੋਂ ਨਿਕਲਦੇ ਨੇ, ਬਹੁਤ ਸਾਰੇ ਹੀਰੇ ਪਹਾੜਾਂ ਵਿੱਚੋਂ ਨਿਕਲਦੇ ਨੇ, ਔਰ ਬਹੁਤ ਸਾਰੇ ਹੀਰੇ ਸਾਗਰ ਦੀ ਸਤਹ ਵਿੱਚੋਂ ਵੀ ਨਿਕਲਦੇ ਨੇ। ਹੀਰੇ ਇੱਕ ਕਿਸਮ ਦੇ ਨਹੀਂ। ਪਰ ਖਨਵਾਰਾ ਖਨ ਜਗ ਵਿਖੈ ਪ੍ਰਗਟਾਵਈ, ਪਹਾੜ ਨੂੰ ਖੋਦਣ ਵਾਲਾ ਖੋਦ ਖੋਦ ਕੇ ਉਹਦੇ ਵਿੱਚੋਂ ਕੱਢ ਕੇ ਫਿਰ ਸਾਹਮਣੇ ਰੱਖਦਾ ਹੈ। ਜੈਸੇ ਬਨ ਵਿਖੈ ਮਲਿਆਗਰ ਸੋਧਾ ਕਪੂਰ, ਜੰਗਲ ਵਿੱਚ ਚੰਦਨ ਵੀ ਹੈ, ਕਪੂਰ ਵੀ ਹੈ। ਆਪ ਜੀ ਨੂੰ ਪਤਾ ਹੋਵੇ ਤੇ ਮੁਬਾਰਕ ਹੈ। ਕਪੂਰ ਕੀ ਹੈ? ਮੈਂ ਬੇਨਤੀ ਕਰਦੇ ਹਾਂ, ਤੁਸੀਂ ਦੇਖੋ ਮਹਾਨ ਕੋਸ਼। ਕਪੂਰ ਇੱਕ ਰੁੱਖ ਹੁੰਦਾ ਹੈ, ਬਹੁਤ ਵਿਰਾਟ ਰੁੱਖ। ਉਹਦਾ ਜਿਹੜਾ ਹੇਠਲਾ ਤਣਾ ਹੁੰਦਾ ਹੈ ਮੋਟਾ, ਜਿਹਦੇ ਵਿੱਚੋਂ ਫਿਰ ਟਾਹਣ ਨਿਕਲਦੇ ਨੇ, ਉਹਦੇ ਵਿੱਚ ਫਿਰ ਇੱਕ ਨਾ ਗੰਢ ਵੱਜਦੀ ਹੈ। ਉਹ ਗੰਢ ਆਹਿਸਤਾ 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 ਗਰੋਥ ਕਰਦੀ ਹੈ। ਪਰ ਉਹ ਗੰਢ ਬਣੀ ਹੈ ਤੇ ਤੁਸੀਂ ਅੱਜ ਹੀ ਕੱਢ ਲਓ ਤੇ ਇਸ ਤਰ੍ਹਾਂ ਨਹੀਂ ਗੱਲ ਬਣਦੀ। ਉਹ ਗੰਢ ਪੁਰਾਣੀ ਹੋਣੀ ਚਾਹੀਦੀ ਹੈ, 50 ਸਾਲ ਤੱਕ ਉਹਨੂੰ, 40 ਸਾਲ ਤੱਕ ਕੋਈ ਨਾ ਛੇੜੇ, ਫਿਰ ਜਾ ਕੇ ਉਹ ਪਦਾਰਥ ਬਣਦਾ ਹੈ, ਫਿਰ ਉਹ ਪੁੜੀਆਂ ਵਿੱਚ ਵਿਕਦਾ ਹੈ। ਜੰਗਲ ਵਿੱਚ, ਨਿਰਜਰ ਜੰਗਲ ਅਮੇਜ਼ਨ ਵਗੈਰਾ ਵਿੱਚ ਬੜੇ ਨੇ, ਪਰ ਉੱਥੇ ਕੋਈ ਪਹੁੰਚ ਕਰੇ, ਖੋਜ ਕਰੇ, ਮਸ਼ੱਕਤ, ਗਰਮੀ ਸਰਦੀ, ਕੰਡੇ ਉੱਤੇ ਉਹਨਾਂ ਦੇ ਤੁਰੇ, ਸੱਪ ਸਲੂੰਗੜੇ ਦਾ ਮੁਕਾਬਲਾ ਕਰ, ਫਿਰ ਉੱਥੇ ਪਹੁੰਚ ਕਰਕੇ ਪ੍ਰਾਪਤ ਕਰੇਗਾ ਨਾ। ਘਰ ਬੈਠਿਆਂ ਤੇ ਪ੍ਰਾਪਤ ਨਹੀਂ ਨਾ ਹੁੰਦਾ ਜੀ। ਬਨ ਵਿਖੈ ਮਲਿਆਗਰ ਸੋਧਾ ਕਪੂਰ, ਸੋਧ ਕੈ ਸੁਬਾਸੀ ਸੁਬਾਸ ਬਹਿਸਾਵੇ। ਉਹ ਜਿਹੜਾ ਪਾਰਖੂ ਹੈ ਉਹਨੂੰ ਉਹਦੀ ਖੋਜ ਕਰਕੇ ਫਿਰ ਲੋਕਾਂ ਦੇ ਸਾਹਮਣੇ ਪ੍ਰਗਟ ਕਰਦਾ, ਭਾਈ ਫਲਾਣ ਜੰਗਲ ਵਿੱਚੋਂ ਇਹ ਪਦਾਰਥ ਮੈਂ ਲੈ ਕੇ ਆਇਆ। ਅੰਤ ਵਿੱਚ ਕੀ ਕਹਿੰਦੇ ਨੇ? ਤੈਸੇ ਗੁਰਬਾਣੀ ਵਿਖੈ ਸਕਲ ਪਦਾਰਥ ਹੈ। ਗੁਰਬਾਣੀ ਵਿੱਚ ਉਹ ਪਦਾਰਥ ਵੀ ਨੇ ਜਿਹੜੇ ਸਾਨੂੰ ਇੱਥੇ ਜ਼ਰੂਰਤ ਹੈ। ਗੁਰਬਾਣੀ ਵਿੱਚ ਉਹ ਪਦਾਰਥ ਵੀ ਨੇ ਜਿਹੜੇ ਸਾਨੂੰ ਮਰਨੋਂ ਉਪਰੰਤ ਜ਼ਰੂਰਤ ਹੈ। ਪਦਾਰਥ ਤੇ ਸਾਧ ਸੰਗਤ ਜੀ ਬੇਅੰਤ ਨੇ, ਪਰ ਉਂਝ ਜੇ ਸਾਰੇ ਪਦਾਰਥਾਂ ਨੂੰ ਸੰਖੇਪ 'ਚ ਕਹਿਣਾ ਹੋਵੇ ਤੇ ਬਾਣੀਕਾਰਾਂ ਨੇ 4 ਪਦਾਰਥ ਕਹੇ ਨੇ, ਔਰ ਇਹ ਵੀ ਲਿਖਿਆ 4 ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲੱਗੈ। ਹੁਣ ਉਹ 4 ਪਦਾਰਥ ਕੀ ਨੇ ਜੀ? ਧਰਮ, ਅਰਥ, ਕਾਮ ਤੇ ਮੋਖ। ਪਹਿਲਾ ਤੇ ਚੌਥਾ ਪਦਾਰਥ ਨਿਰੰਕਾਰੀ ਨੇ। ਧਰਮ ਤੇ ਮੋਖ ਨਿਰੰਕਾਰੀ ਨੇ, ਅਰਥ ਤੇ ਕਾਮ ਸੰਸਾਰੀ ਨੇ। ਅਰਥ ਮੀਨਸ ਆਰਥਿਕ ਢਾਂਚਾ, ਜਿਹਨੂੰ ਇਕੋਨੋਮੀ ਕਹਿੰਦੇ ਹੋ, ਉਹਨੂੰ ਅਰਥ ਕਹਿੰਦੇ। ਤੇ ਕਾਮ, ਕਾਮਨਾਵਾਂ, ਇੱਛਾਵਾਂ ਪੂਰੀਆਂ ਹੋਣੀਆਂ। 2 ਪਦਾਰਥ ਸੰਸਾਰੀ ਨੇ ਔਰ 2 ਪਦਾਰਥ ਨਿਰੰਕਾਰੀ ਨੇ। ਇਹ ਚਾਰੇ ਪਦਾਰਥ ਝਟਕੇ ਨਾਲ ਪ੍ਰਾਪਤ ਹੋ ਜਾਂਦੇ ਨੇ ਨਿਰੰਕਾਰ ਕੋਲੋਂ, ਗੁਰੂ ਕੋਲੋਂ, ਗੁਰਬਾਣੀ ਵਿੱਚੋਂ। ਇਸੇ ਨੂੰ ਮਹਾਰਾਜ ਨੇ ਕਿਹਾ 4 ਪਦਾਰਥ ਜੇ ਕੋ ਮੰਗੈ। ਹੋਰ ਵੀ ਬੜਿਆਂ ਥਾਵਾਂ ਤੇ ਇਹਨਾਂ 4 ਪਦਾਰਥਾਂ ਦਾ ਜ਼ਿਕਰ ਹੈ। ਗੁਰਬਾਣੀ ਵਿਖੈ ਸਕਲ ਪਦਾਰਥ ਹੈ। ਕੋਈ ਵਸਤੂ ਐਸੀ ਨਹੀਂ ਜਿਹੜੀ ਗੁਰਬਾਣੀ ਵਿੱਚ ਨਾ ਹੋਵੇ। ਮਰਾਸੀ ਆਪਣੀ ਪਰਫਾਰਮੈਂਸ ਕਰ ਰਹੇ ਸਨ ਤੇ ਇੱਕ ਕਹਿ ਰਿਹਾ ਸੀ ਵੀ 10 ਗੁਰਬਾਣੀ ਵਿੱਚ ਬਹੁਤ ਕੁਛ ਹੈ, ਸਿੱਖ ਬੜਾ ਗੁਰਬਾਣੀ ਵਿੱਚ ਅਕੀਦਾ ਰੱਖਦੇ ਨੇ, ਇੱਕ ਚੀਜ਼ ਗੁਰਬਾਣੀ ਵਿੱਚ ਵੀ ਨਹੀਂ, ਦੱਸੋ ਕਿਹੜੀ ਹੈ?
तो ਜਿਹੜੇ ਸਿੱਖ ਬੈਠੇ ਸਨ ਸਾਰਿਆਂ ਦੇ ਕੰਨ ਖੜੇ ਹੋ ਗਏ ਵੀ ਕਿਤੇ ਕੋਈ ਬੇਅਦਬੀ ਵਾਲਾ ਸ਼ਬਦ ਨਾ ਕਹਿ ਦੇਣ। ਆਖਣ ਲੱਗਾ ਇੱਕ ਚੀਜ਼ ਗੁਰਬਾਣੀ ਵਿੱਚ ਵੀ ਨਹੀਂ, ਇਹ ਕਹਿੰਦੇ ਨੇ ਗੁਰਬਾਣੀ ਵਿੱਚ ਸਭ ਕੁਝ ਹੈ, ਪਰ ਇੱਕ ਚੀਜ਼ ਗੁਰਬਾਣੀ ਵਿੱਚ ਵੀ ਨਹੀਂ, ਦੱਸ ਕਿਹੜੀ ਹੈ। ਸਾਰੇ ਇੱਕਦਮ ਥੋੜੇ ਜਿਹੇ ਐਕਸਾਈਟਡ ਜਿਹੇ ਹੋ ਗਏ ਵੀ ਕੋਈ ਉਦਾਂ ਦੀ ਗੱਲ ਨਾ ਕਰ ਦੇਣ। ਤਾਂ ਉਹ ਕਹਿਣ ਲੱਗਾ ਵੀ ਤੂੰ ਦੱਸ ਕੀ ਨਹੀਂ। ਉਹ ਕਹਿਣ ਲੱਗਾ ਗੁਰਬਾਣੀ ਵਿੱਚ ਸਭ ਕੁਝ ਹੈ ਪਰ ਝੂਠ ਨਹੀਂ। ਫਿਰ ਲੋਕਾਂ ਦੇ ਸਾਹ ਵਿੱਚ ਸਾਹ ਆਏ। ਗੁਰਬਾਣੀ ਵਿੱਚ ਸਭ ਕੁਝ ਹੈ, ਸਕਲ ਪਦਾਰਥ ਹੈ, ਪਰ ਸਾਧ ਸੰਗਤ ਅਗਲਾ ਬਚਨ ਹੈ, ਜੋਈ ਜੋਈ ਖੋਜੈ ਸੋਈ ਸੋਈ ਨਿਪ ਜਾਵੇ। ਹੁਣ ਖੋਜ ਕਿਵੇਂ ਹੁੰਦੀ ਹੈ ਜੀ? ਤਾਂ ਮੈਂ ਅਕਸਰ ਬੇਨਤੀ ਕਰਨਾ ਹੁੰਨਾ, ਤੁਸੀਂ ਤੇ ਹੋ ਸਕਦਾ ਹੈ ਬਹੁਤ ਜ਼ਿਆਦੀ ਗੁਰਬਾਣੀ ਪੜ੍ਹਨ ਵਾਲੇ ਗੁਰਸਿੱਖ ਵੀ ਬੈਠੇ ਹੋਵੋ, ਪਰ ਜਿਹੜੇ ਬਿਲਕੁਲ ਨਹੀਂ ਪੜ੍ਹਦੇ ਉਹ ਇੱਕ ਜ਼ਰੂਰ ਪ੍ਰਣ ਕਰੀਏ ਵੀ ਅਸੀਂ ਜ਼ਿੰਦਗੀ 'ਚ ਘੱਟੋ ਘੱਟ ਇੱਕ ਵਾਰ ਗੁਰੂ ਗ੍ਰੰਥ ਸਾਹਿਬ ਦਾ ਸਹਿਜ ਪਾਠ ਜ਼ਰੂਰ ਕਰਨਾ ਹੈ, ਜਿਹਨੂੰ ਅਸੀਂ ਗੁਰੂ ਕਹਿੰਦੇ ਆ। ਕਮ ਸੇ ਕਮ ਇੱਕ ਵਾਰੀ ਤੇ ਅਸੀਂ ਸਾਰੇ ਦੇ ਅੰਦਰੋਂ ਦਰਸ਼ਨ ਕੀਤੇ ਹੋਣ ਨਾ। ਔਰ ਜੇ ਕਿਤੇ ਇਹ ਪਾਠ ਸਟੀਕ ਤੋਂ ਹੋ ਜਾਏ ਫਿਰ ਤੇ ਸੋਨੇ ਤੇ ਸੁਹਾਗਾ ਹੈ। ਪ੍ਰੋਫੈਸਰ ਸਾਹਿਬ ਸਿੰਘ ਹੁਣਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਟੀਕ ਕੀਤਾ ਹੈ, 10 ਵੋਲਿਊਮ ਨੇ ਉਹਦੇ। ਸਾਡੇ ਇਸ ਸ਼ਹਿਰ ਦੇ ਵਿੱਚ ਤੇ ਬਹੁਤ ਸਾਰੇ ਇਸ ਤਰ੍ਹਾਂ ਦੇ ਗੁਰਸਿੱਖ ਨੇ ਜਿਹੜੇ ਖਰੀਦ ਕੇ ਉਹਨਾਂ ਰੱਖੇ ਹੋਏ ਨੇ, ਕਹਿੰਦੇ ਨੇ ਜੇ ਕੋਈ ਪੜ੍ਹਨਾ ਚਾਹੁੰਦਾ ਸਾਡੇ ਕੋਲੋਂ ਅੱਧ ਮੁੱਲ ਤੇ ਲੈ ਜਾਓ। ਬਹੁਤ ਸਾਰੀਆਂ ਲਾਇਬ੍ਰੇਰੀਆਂ ਨੇ, ਪਹਿਲਾ ਵੋਲਿਊਮ ਲੈ ਜਾਓ, ਉਹ ਪੜ੍ਹ ਕੇ ਜਮ੍ਹਾਂ ਕਰਾ ਜਾਓ, ਦੂਜਾ ਲੈ ਜਾਓ, ਦੂਜਾ ਜਮ੍ਹਾਂ ਕਰਾ ਕੇ ਤੀਜਾ ਲੈ ਜਾਓ, ਕ੍ਰਮਵਾਰ 10 ਦੇ ਪਾਠ ਕਰ ਦਿਓ। ਪਰ ਇੱਕ ਵਾਰੀ ਤੇ ਗੁਰੂ ਗ੍ਰੰਥ ਸਾਹਿਬ ਦੇ ਅੰਦਰੋਂ ਦਰਸ਼ਨ ਕੀਤੇ ਹੋਣ ਨਾ। ਔਰ ਫਿਰ ਇੱਕ ਹੋਰ ਤਰੀਕਾ ਦੱਸਣਾ, ਉਹ ਤਰੀਕਾ ਇਹ ਹੈ ਵੀ ਕਦੀ ਕਦੀ ਪਾਠ ਬਹੁਤ ਸਮਾਗਮ ਹੁੰਦੇ ਨੇ। ਇੱਕ ਓਂਕਾਰ ਤੋਂ 18, 10, 20 ਤੱਕ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਸੰਥਿਆ ਉਚਾਰਨ ਵਿਦਵਾਨ ਸੱਜਣ ਕਰਾਉਂਦੇ ਨੇ। ਉੱਥੇ ਰਿਹਾਇਸ਼ ਦਾ ਵੀ ਪ੍ਰਬੰਧ ਹੁੰਦਾ ਹੈ, ਲੰਗਰ ਪ੍ਰਸ਼ਾਦੇ ਦਾ ਵੀ ਪ੍ਰਬੰਧ ਹੁੰਦਾ ਹੈ। ਕਦੀ ਉਹ ਰਕਾਬਗੰਜ ਦਿੱਲੀ ਹੁੰਦੇ ਨੇ, ਕਦੀ ਉਹ ਸ਼ਾਹਬਾਦ ਮਾਰਕੰਡਾ ਹੁੰਦੇ ਨੇ, ਕਦੀ ਉਹ ਰੋਪੜ ਕਾਲਜ ਹੁੰਦੇ ਨੇ, ਕਦੀ ਉਹ ਹੋਰ ਕਿਸੇ ਸਥਾਨ 'ਤੇ ਉਹ ਤਖਤ ਦਮਦਮਾ ਸਾਹਿਬ ਜਾਂ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਵੀ ਪਾਠ ਬੋਧ ਸਮਾਗਮ ਕਦੀ ਕਦੀ ਚੱਲਦੇ ਨੇ। ਜੇ ਸ਼ੌਂਕ ਰੱਖੀਏ ਤੇ ਪਤਾ ਲਾਈਏ ਬਈ ਕਦੋਂ ਕਿੱਥੇ ਹੋਣਾ ਹੈ, ਉਹ ਇੱਕ ਮਹੀਨੇ ਵਿੱਚ ਹੀ ਕੰਮ ਨਿਬੜ ਜਾਂਦਾ। ਔਰ ਉਹ ਐਸੇ ਢੰਗ ਨਾਲ ਹੁੰਦਾ ਵੀ ਉਹਦਾ ਕੋਈ ਮੁਕਾਬਲਾ ਨਹੀਂਗਾ। ਇੱਕ ਵਿਦਵਾਨ ਸੰਥਿਆ ਦਵਾਏ ਅਸੀਂ ਫਲਾਣੇ ਤੋਂ, ਉੱਥੇ ਤੇ ਦਰਜਨਾਂ ਵਿਦਵਾਨ ਸਟੇਜ ਤੇ ਬੈਠੇ ਹੁੰਦੇ ਨੇ। ਔਰ ਫਿਰ ਪੂਰਾ ਉਹ ਜਿਸ ਤਰ੍ਹਾਂ ਤੁਸੀਂ PGI 'ਚ ਜਾਂਦੇ ਹੋ ਨਾ, ਤੇ ਤੁਹਾਨੂੰ ਪ੍ਰੋਬਲਮ ਤੇ ਇੱਕ ਹੈ, ਪਰ ਉੱਥੇ ਬੈਠਾ ਬੈਠਾ ਡਾਕਟਰ ਦੂਜੇ ਡਾਕਟਰ ਨੂੰ ਵੀ ਸੱਦ ਲੈਂਦਾ, ਤੀਜੇ ਨੂੰ ਵੀ ਸੱਦ ਲੈਂਦਾ, ਚੌਥੇ ਨੂੰ ਵੀ, ਨਿਚੋੜ ਕੇ ਚੰਗੀ ਤਰ੍ਹਾਂ ਜਿਹੜੇ ਸਾਰੀਆਂ ਸਮੱਸਿਆਵਾਂ ਨੇ, ਤੇ ਰੋਗੀ ਨੂੰ ਉਹ ਕੁੰਗੂ ਵਰਗਾ ਕਰਕੇ ਕਹਿੰਦੇ ਲੈ ਜਾ 10 ਸਾਲ ਤੇਰੀ ਉਮਰ ਵਧਾ ਦਿੱਤੀ ਹੈ। ਉੱਥੇ ਕਈ ਤਰ੍ਹਾਂ ਦੇ ਫਿਰ ਸਪੈਸ਼ਲਿਸਟ ਬੈਠੇ ਹੁੰਦੇ ਨੇ, ਕੋਈ ਗ੍ਰਾਮਰ ਦਾ ਬੈਠਾ ਹੈ, ਕੋਈ ਭਾਈ ਗੁਰਦਾਸ ਦੀ ਰਚਨਾ ਦਾ ਬੈਠਾ ਹੈ, ਕੋਈ ਗੋਇਆ ਨੰਦ ਲਾਲ ਦੀ ਰਚਨਾ ਦਾ ਬੈਠਾ ਹੈ, ਕੋਈ ਕਿਸੇ ਹੋਰ ਤਰ੍ਹਾਂ ਦਾ ਬੈਠਾ। ਇੱਦਾਂ ਵੀ ਕੀਤਾ ਜਾ ਸਕਦਾ, ਪਰ ਸ਼ੌਂਕ ਹੋਵੇ ਤੇ ਅੰਦਰ ਚਾਹ ਹੋਵੇ। ਵੇਅਰ ਦੇਰ ਇਜ਼ ਏ ਵਿਲ ਦੇਰ ਇਜ਼ ਏ ਵੇ, ਜਹਾਂ ਚਾਹ ਵਹਾਂ। ਪਰ ਸਿੱਖ ਨੂੰ ਘੱਟੋ ਘੱਟ ਇੱਕ ਵਾਰੀ ਇਹ ਉਪਰਾਲਾ ਜ਼ਰੂਰ ਕਰਨਾ ਚਾਹੀਦਾ। ਔਰ ਕਿਤੇ ਵਾਹਿਗੁਰੂ ਐਸੀ ਕਿਰਪਾ ਕਰੇ ਇੱਥੇ ਕੋਈ 50-100 ਸਰੀਰ ਤਿਆਰ ਹੋ ਜਾਣ, ਤੇ ਪ੍ਰਬੰਧਕ ਕਮੇਟੀ ਨੂੰ ਬੇਨਤੀ ਕਰਕੇ ਅਸੀਂ ਇੱਥੇ ਵੀ ਰੱਖ ਸਕਨੇ ਆ। ਜਿਸ ਤਰ੍ਹਾਂ 9:30 ਵਜੇ ਸਮਾਪਤੀ ਹੋ ਜਾਂਦੀ ਹੈ, ਤਾਂ 10 ਵਜੇ ਤੋਂ ਲੈ ਕੇ 11, 12, 1, 2, 3, 4 ਵਜੇ ਤੱਕ 6 ਘੰਟੇ ਪਾਠ ਬੋਧ ਸਮਾਗਮ ਚੱਲ ਸਕਦਾ ਹੈ। 100 ਕੁ ਸਰੀਰ ਬੜੇ ਆਰਾਮ ਨਾਲ ਇੱਥੇ ਬੈਠ ਕੇ ਸੰਥਿਆ ਕਰ ਸਕਦਾ। ਔਰ ਇੱਕ ਮਹੀਨੇ ਵਿੱਚ ਐਸਟੀਮੇਟਡ ਉਹ ਡਨ ਵੀ ਹੋ ਜਾਂਦੀ ਹੈ। ਇਹ ਬੜਾ ਮੈਂ ਸਮਝਣਾ ਨਿੱਘਰ ਕੰਮ ਹੈ, ਪਰ ਉਹਦੇ ਵਾਸਤੇ ਸਿੱਖਣ ਵਾਲੇ ਵੀ ਤਿਆਰ ਹੋਣ। ਸਿਖਾਉਣ ਵਾਲੇ ਤੇ 12 ਬੰਦਿਆਂ ਦੀ ਟੀਮ ਆ ਜਾਏ, ਸਿੱਖਣ ਵਾਲੇ 5 ਬੈਠੇ ਹੋਣ, ਫਿਰ ਬਾਤ ਨਹੀਂ ਬਣਦੀ। ਤੋ ਜ਼ਰੂਰ ਸਾਨੂੰ ਇਸ ਤਰ੍ਹਾਂ ਦਾ ਉਪਰਾਲਾ ਕਰਨਾ ਚਾਹੀਦਾ ਹੈ। 10ਵੇਂ ਦਵਾਰ ਕੁੰਚੀ ਜਬ ਦੀਜੈ, 10ਮ ਦਵਾਰ ਨੂੰ ਖੋਲਣ ਦੀ ਕੁੰਜੀ ਗੁਰਬਾਣੀ ਹੈ। ਜਦੋਂ ਗੁਰਬਾਣੀ ਰੂਪੀ ਕੁੰਜੀ ਹੱਥ ਵਿੱਚ ਆ ਜਾਏ, ਇਹਨੂੰ ਖੋਲ ਲਈਏ, ਤੇ ਹਜ਼ੂਰ ਕਹਿੰਦੇ ਨੇ ਤਉ ਤੱਤਾ ਊੜਾ ਔਂਕੜ ਵਾਲਾ ਹੈ, ਤਉ ਨਹੀਂ ਕਹਿਣਾ, ਤਉ ਦਇਆਲ ਕੋ ਦਰਸ਼ਨ ਕੀਜੈ। ਫਿਰ ਦਇਆ ਪਲੱਸ ਆਲ, ਦਇਆ ਦੇ ਘਰ ਅਕਾਲ ਪੁਰਖ ਵਾਹਿਗੁਰੂ ਦੇ ਦੀਦਾਰ ਹੋ ਜਾਂਦੇ ਨੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ। ਸੋ ਸਾਧ ਸੰਗਤ, ਆਪ ਜੀ ਨੂੰ ਪਤਾ ਹੀ ਇਹ ਹਫਤਾਵਾਰੀ ਦੀਵਾਨ ਸ਼ਨੀਵਾਰ ਨੂੰ ਸੱਜਦੇ ਨੇ। ਉੱਚ ਕੋਟੀ ਦੇ ਰਾਗੀ ਢਾਡੀ ਪ੍ਰਚਾਰਕ ਸੰਗਤਾਂ ਨੂੰ ਗੁਰਬਾਣੀ
ਕੀਰਤਨ ਕਥਾ ਨਾਲ ਲਿਹਾਲ ਕਰਦੇ ਨੇ। ਉਪਰੰਤ ਗੁਰੂ ਕੇ ਲੰਗਰ ਵੀ ਅਟੁੱਟ ਵਰਤਦੇ ਨੇ। ਆਪ ਸਾਰਿਆਂ ਨੇ ਪਰਿਵਾਰਾਂ ਸਮੇਤ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ। ਹਰ ਸ਼ਨੀਵਾਰ ਨੂੰ ਸੋਦਰ ਰਹਿਰਾ ਸਾਹਿਬ ਦੇ ਪਾਠ ਤੋਂ ਬਾਅਦ ਇਸੇ ਪ੍ਰਕਾਰ ਗੁਰੂ ਰੂਪ ਸਾਧ ਸੰਗਤ ਜੀ ਕੁਝ ਉਸਾਰੀ ਦੇ ਕਾਰਜ ਚੱਲ ਰਹੇ ਨੇ। ਗੁਰਦੁਆਰਾ ਸਾਹਿਬ ਵਿੱਚ ਵੱਡੇ ਕਾਰਜ ਭਾਵੇਂ ਹੋ ਗਏ ਨੇ, ਪਰ ਛੋਟੇ ਛੋਟੇ ਕੁਝ ਕਾਰਜ ਅਜੇ ਵੀ ਚੱਲ ਰਹੇ ਨੇ। ਸੋ ਉਹਦੇ ਵਿੱਚ ਵੀ ਆਪ ਜੀ ਨੂੰ ਯੋਗਦਾਨ ਪਾਉਣ ਵਾਸਤੇ ਬੇਨਤੀ ਕੀਤੀ ਜਾਂਦੀ ਹੈ। ਬਹੁਤੇ ਚੋਂ ਬਹੁਤਾ, ਥੋੜ੍ਹੇ ਚੋਂ ਥੋੜ੍ਹਾ ਹਿੱਸਾ ਪਾ ਕੇ ਪ੍ਰਬੰਧਕਾਂ ਨੂੰ ਜ਼ਰੂਰ ਧੰਨਵਾਦੀ ਬਣਾਓ ਜੀ। ਬੇਨਤੀ ਜ਼ਰੂਰ ਪ੍ਰਵਾਨ ਕਰਨੀ ਜੀ। ਔਰ ਇਸੇ ਪ੍ਰਕਾਰ ਸਾਧ ਸੰਗਤ ਜੀ ਆਉਣ ਵਾਲੇ ਦਿਨਾਂ ਵਿੱਚ ਵੀ ਜਿਹੜੇ ਸਮਾਗਮ ਨੇ, ਗੁਰਮਤਿ ਸਮਾਗਮ, ਉਹ ਵੱਖ-ਵੱਖ ਗੁਰੂ ਸਾਹਿਬਾਨ ਦੇ ਗੁਰਪੁਰਬ, ਜਿਸ ਤਰ੍ਹਾਂ 8 ਦਸੰਬਰ ਨੂੰ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਵਸ ਆ ਰਿਹਾ ਹੈ। ਫਿਰ ਦਸੰਬਰ ਵਿੱਚ ਹੀ ਸ਼ਹਾਦਤਾਂ ਦਾ ਹਫ਼ਤਾ ਹੈ। ਇਸੇ ਪ੍ਰਕਾਰ ਫਿਰ 10ਵੇਂ ਪਾਤਸ਼ਾਹ ਦਾ ਪ੍ਰਕਾਸ਼ ਦਿਵਸ 9 ਜਨਵਰੀ ਦਾ, ਔਰ ਫਿਰ ਫਰਵਰੀ ਵਿੱਚ ਜੋ ਭਗਤ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਨ ਆਉਂਦਾ ਹੈ, ਉਸ ਸੰਬੰਧ ਵਿੱਚ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਜੀ ਦੀ ਗੁਰਬਾਣੀ ਦਰਜ ਹੈ, ਉਹਨਾਂ 40 ਸ਼ਬਦਾਂ ਦੀ ਵਿਆਖਿਆ ਦਾ ਪ੍ਰੋਗਰਾਮ ਬਣਾਇਆ ਗਿਆ ਹੈ, ਜੋ ਭਗਤ ਜੀ ਦੇ ਜਨਮ ਦਿਨ ਤੋਂ ਠੀਕ 40 ਦਿਨ ਪਹਿਲਾਂ ਇਸ ਸਥਾਨ 'ਤੇ ਸ਼ੁਰੂ ਕਰ ਦਿੱਤੀ ਜਾਵੇਗੀ। ਇਸੇ ਤਰ੍ਹਾਂ ਸਮੇਂ-ਸਮੇਂ ਜਿਸ ਤਰ੍ਹਾਂ ਦੇ ਵੀ ਪੁਰਬ ਆਉਣਗੇ, ਉਹ ਸਾਰੇ ਈਵੈਂਟ ਜਿਹੜੇ ਨੇ ਉਹ ਇਸੇ ਪ੍ਰਕਾਰ ਕੀਤੇ ਜਾਣਗੇ। ਆਪ ਸਾਰੀਆਂ ਸੰਗਤਾਂ ਦੇ ਸਹਿਯੋਗ ਦੀ ਆਸ ਰੱਖਦੇ ਹਾਂ। ਆਪ ਸਾਰਿਆਂ ਨੇ ਸਹਿਯੋਗ ਬਖਸ਼ਿਸ਼ ਕਰਨਾ। ਆਓ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਪਾਸੋਂ ਗੁਰਬਾਣੀ ਦੇ ਕੀਰਤਨ ਦਾ ਆਨੰਦ ਲਈਏ ਜੀ। ਗੁਰੂ ਫਤਿਹ ਦੀ ਸਾਂਝ ਕਰਦੇ ਹੋਏ